ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 9 ਅਪ੍ਰੈਲ ਦਿਨ ਸ਼ਨੀਚਰਵਾਰ ਸਵੇਰ ਦੇ ਖਬਰਾਂ ਦੇ ਬੁਲਟਨ 'ਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁਣ ਜੁੜਨ ਜਾ ਰਹੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਜੀਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਇਸ ਦੇ ਨਾਲ ਸੁਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਕੌਰ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਜੀ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 408 722 7698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਰਵਿੰਦ ਕੇਜਰੀਵਾਲ ਤੇ ਜੁੱਤੀ ਸੁੱਟੀ ਗਈ, ਜੁੱਤੀ ਸੁੱਟਣ ਵਾਲਾ ਕਾਬੂ। ਇਹ ਘਟਨਾ ਜਿਹੜੀ ਦਿੱਲੀ ਦੇ ਵਿੱਚ ਵਾਪਰੀ ਔਰ ਉਦੋਂ ਵਾਪਰੀ ਜਦੋਂ ਔਡ ਈਵਨ ਨੂੰ ਲੈ ਕੇ ਜਿਹੜੀ 15 ਤਰੀਕ ਨੂੰ ਫਿਰ ਇਹਨਾਂ ਦੀ ਸਕੀਮ ਇੱਕ ਵਾਰ ਸ਼ੁਰੂ ਹੋਣ ਜਾ ਰਹੀ ਹੈ, ਉਹਨੂੰ ਲੈ ਕੇ ਜਦੋਂ ਇੱਕ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਉਸ PC ਦੇ ਵਿੱਚ ਆ ਕੇ ਇੱਕ ਵਿਅਕਤੀ ਨੇ, ਜੋ ਬਿਲਕੁਲ ਪੱਤਰਕਾਰ ਦੇ ਭੇਸ ਦੇ ਵਿੱਚ ਸੀਗਾ, ਉਸੇ ਤਰ੍ਹਾਂ ਬੈਗ ਲਟਕਾਇਆ ਹੋਇਆ ਸੀਗਾ ਔਰ ਬੈਠਾ ਰਿਹਾ ਪ੍ਰੈਸ ਕਾਨਫਰੰਸ ਦੇ ਵਿੱਚ। ਉਸ ਤੋਂ ਬਾਅਦ ਉਹਨੇ ਉੱਠ ਕੇ ਪਹਿਲਾਂ ਕੋਈ ਬਹਿਸ ਬਸਈਆ ਕੀਤਾ ਮਾੜਾ ਮੋਟਾ, ਉਸ ਤੋਂ ਬਾਅਦ ਉਹਨੇ ਬੂਟ ਲਾ ਕੇ ਮਾਰਿਆ। ਪਰ ਜੋ ਆਲੇ ਦੁਆਲੇ ਕੇਜਰੀਵਾਲ ਸਾਹਿਬ ਦੇ ਖੜੇ ਸਨ, ਉਹਨਾਂ ਦੇ ਨਿੱਜੀ ਜਿਹੜੇ ਵਲੰਟੀਅਰ ਜਾਂ ਕੋਈ ਹੋਰ, ਉਹਨਾਂ ਨੇ ਜਿਹੜਾ ਬੂਟ ਸੀਗਾ ਉਹ ਰਸਤੇ ਦੇ ਵਿੱਚ ਜਿਵੇਂ ਕਰ ਲਈਏ ਕੈਚ ਕਰ ਲਿਆ, ਲੱਗਾ ਨਹੀਂ ਉਹਨਾਂ ਦੇ, ਪਰ ਸੁੱਟਿਆ ਗਿਆ। ਔਰ ਸੁੱਟਣ ਵਾਲਾ ਕੋਈ ਪ੍ਰਕਾਸ਼ ਨਾਂ ਦਾ ਨੌਜਵਾਨ ਆ, ਉਹਨੇ ਇਹ ਕਿਹਾ ਕਿ ਇਹ ਮੈਂ ਇਹਨੂੰ ਬੂਟ ਤਾਂ ਮਾਰਿਆ ਕੇਜਰੀਵਾਲ ਸਾਹਿਬ ਨੂੰ ਕਿਉਂਕਿ ਮੈਂ ਕੋਈ ਸਟਿੰਗ ਆਪਰੇਸ਼ਨ ਕੀਤਾ ਸੀ, ਉਹ ਮੈਂ ਭੇਜਿਆ ਤੇ ਉਹਦੇ ਤੇ ਇਹਨੇ ਕਾਰਵਾਈ ਨਹੀਂ ਕੀਤੀ। ਸੋ ਸੀਡੀਆਂ ਵੀ ਸੁੱਟੀਆਂ ਉਹਨੇ ਕੁਛ ਉੱਥੇ 2-3, ਔਰ ਉਸ ਤੋਂ ਬਾਅਦ ਉਹਨੂੰ ਫੜ ਲਿਆ ਗਿਆ। ਥੋੜਾ ਉਹਦੇ ਨਾਲ ਧੱਕਾ ਮੁੱਕੀ ਵੀ ਹੋਇਆ, ਕੁੱਟਮਾਰ ਕੀਤੀ ਗਈ ਹੈ ਮਾੜੀ ਮੋਟੀ। ਫਿਰ ਉਸ ਤੋਂ ਬਾਅਦ ਉਹਨੂੰ ਪੁਲਿਸ ਨੇ ਜਿਹੜਾ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ। ਆਮ ਸੈਨਾ ਦੇ ਨਾਲ ਹੀ ਉਹਨੇ ਜੁੜਿਆ, ਆਪਣੇ ਆਪ ਨੂੰ ਦੱਸਿਆ ਕਿ ਉਹੀ ਆਮ ਸੈਨਾ ਹੈ ਜਿਹੜੀ ਇਹਨਾਂ ਦੇ ਵਿੱਚੋਂ ਇੱਕ ਟੁੱਟੇ ਹੋਏ ਤਬਕੇ ਨੇ ਬਣਾਈ ਹੈ। ਔਰ ਉਹ ਲੋਕ ਹੈ ਜਿਹੜੇ ਇਸ ਤੋਂ ਪਹਿਲਾਂ ਹਮਲਾ ਕਰ ਚੁੱਕੇ ਹੈ, ਜਿਹੜੀ ਉਹ ਭਾਵਨਾ ਅਰੋੜਾ ਸੀਗੀ ਲੜਕੀ ਜਿਹਨੇ ਸ਼ਾਹੀ ਸੁੱਟੀ ਸੀਗੀ ਥੋੜਾ ਚਿਰ ਹੀ ਪਹਿਲਾਂ, ਉਹ ਵੀ ਆਮ ਸੈਨਾ ਨਾਲ ਜੁੜੀ ਹੋਈ ਆਪਣੇ ਆਪ ਨੂੰ ਦੱਸਦੀ ਸੀ। ਪਰ ਜੋ ਮਰਜ਼ੀ ਹੈ, ਆਪਣੀ ਨਾਰਾਜ਼ਗੀ ਜ਼ਾਹਰ ਕਰਨ ਦੇ ਹੋਰ ਬੜੇ ਢੰਗ ਨੇ। ਸੀੜੀਆਂ ਜਿਹੜੀਆਂ ਉਹਨੇ ਸੁੱਟੀਆਂ ਉਹ ਸੁੱਟ ਦਿੱਤੀਆਂ ਸੀ ਤਾਂ ਬਹੁਤ ਸੀ, ਸੀੜੀਆਂ ਸੁੱਟ ਦਿੱਤੀਆਂ ਸੀ। ਕੇਜਰੀਵਾਲ ਸਾਹਿਬ ਨੂੰ ਪਤਾ ਲੱਗ ਗਿਆ ਸੀ, ਉਹਨੇ ਆਪਣਾ ਵਿਰੋਧ ਦਰਜ ਕਰਾ ਦਿੱਤਾ ਸੀ। ਪਰ ਜੁੱਤੀ ਵਾਲਾ, ਚਾਹੇ ਉਹ ਸਾਹਮਣੇ ਕੇਜਰੀਵਾਲ ਆ ਚਾਹੇ ਨਰਿੰਦਰ ਮੋਦੀ ਆ, ਜੁੱਤੀ ਸੁੱਟਣ ਵਾਲਾ ਜਿਹੜਾ ਵਿਰੋਧ ਹੈ ਬਿਲਕੁਲ ਗਲਤ ਹੈ। ਪਰ ਅਫਸੋਸ ਇਸ ਗਲਤ ਰਵਾਇਤ ਨੂੰ ਸਾਡੀ ਸਿਆਸਤ ਨੇ ਪਿਰਤ ਬਣਾ ਦਿੱਤਾ। ਜੁੱਤੀ ਵਾਲਾ ਕਲਚਰ ਆਇਆ ਬਾਹਰੋਂ ਸੀਗਾ, ਚੱਲ ਕੇ ਜਦੋਂ ਇੱਥੇ ਸ਼ੁਰੂ ਹੋਇਆ ਤੇ ਦੂਜੀਆਂ ਪਾਰਟੀਆਂ ਨੇ ਚੁੱਕ ਕੇ ਉਹਨਾਂ ਨੂੰ ਹੀਰੋ ਬਣਾ ਦਿੱਤਾ। ਖੁਦ ਆਮ ਆਦਮੀ ਪਾਰਟੀ ਨੇ ਵੀ ਇਹੋ ਕੰਮ ਕੀਤਾ। ਸਾਡੀ ਸ਼੍ਰੋਮਣੀ ਕਮੇਟੀ ਨੇ ਵੀ ਉਦੋਂ ਕਿਹਾ ਸੀ ਕਿ ਅਸੀਂ ਇਹਨੂੰ ਇੰਨੇ ਚੀਜ਼ਾਂ ਨਾਲ ਤੋਲਾਂਗੇ, ਇਹਨੂੰ ਉਹ ਸਨਮਾਨ ਕਰਾਂਗੇ। ਤੇ ਜਦੋਂ ਉਹੀ ਜੁੱਤੀ ਪ੍ਰਕਾਸ਼ ਸਿੰਘ ਬਾਦਲ ਤੇ ਸੁੱਟੀ ਗਈ, ਫਿਰ ਉਹਨਾਂ ਦੇ ਵੀ ਰੁੱਖ ਜਿਹੜੇ ਪਲਟ ਗਏ। ਜੁੱਤੀ ਹੁਣ ਸਾਰਿਆਂ ਵੱਲ ਨੂੰ ਹੋਈ ਜਾਂਦੀ ਹੈ, ਇਕੱਲੇ ਕੇਜਰੀਵਾਲ ਤੇ ਨਹੀਂ। ਪਰ ਇਹ ਜੁੱਤੀ ਦੀ ਜਿਹੜੀ ਰਵਾਇਤ ਹੈ ਇਹ ਗਲਤ ਸੀ, ਪਰ ਇਹਨੂੰ ਪਰਪੱਕ ਕੀਤਾ ਉਹ ਸਿਆਸਤਦਾਨਾਂ ਨੇ ਕੀਤਾ। ਜੇ ਵਿਰੋਧੀ ਨੂੰ ਵੱਜ ਜਾਂਦੀ ਸੀ ਤੇ ਇਹ ਬੜਾ ਖੁਸ਼ ਹੁੰਦੇ ਸੀ, ਔਰ ਜਿਹਨੂੰ ਵੱਜਦੀ ਸੀ, ਜਿਹੜਾ ਉਹਨੂੰ ਮਾਰਦਾ ਸੀ, ਉਹਨੂੰ ਚੁੱਕੇ ਟਿਕਟ ਵੀ ਦੇ ਦਿੰਦੇ। ਆਮ ਆਦਮੀ ਪਾਰਟੀ ਨੇ ਜਿੱਤੀ ਹੋਈ ਹੈ। ਇਹ ਜੁੱਤੀ ਵਾਲਾ ਕਲਚਰ ਹੈ ਜਿਹੜਾ ਕੁੱਲ ਮਿਲਾ ਕੇ ਗਲਤ ਹੈ, ਪਰ ਸਿਆਸਤਦਾਨਾਂ ਨੇ ਹੀ ਇਸ ਕਲਚਰ ਨੂੰ ਪ੍ਰਵਾਨ ਚੜਾਇਆ। ਜੀ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਮੋਦੀ ਦੇ ਸਾਰੇ ਹੀ ਖਾਤੇ ਖਾਲੀ, ਬੈਂਕਾਂ ਦੇ ਭਾਅ ਦੀਆਂ ਬਣੀਆਂ, ਝੋਲੇ ਵੀ ਖਾਲੀ ਰਹਿ ਗਏ। ਜਿਹੜੇ 15 ਲੱਖ ਦੀ ਉਮੀਦ ਸਵਾਏ ਸੀ ਲੋਕਾਂ ਨੇ, ਟਾਕੀ ਵਾਲੇ ਝੋਲੇ, ਉਹ ਵੀ ਕਿੱਲੀਆਂ ਦੇ ਨਾਲ ਟੰਗੇ। ਜਿਵੇਂ ਗੁਰਦਾਸ ਮਾਨ ਕਹਿੰਦਾ, ਟੰਗੇ ਰਹਿ ਗਏ ਕਿੱਲੀਆਂ ਨਾਲ ਪਰਾਂ ਦੇ। ਉਹ
ਝੋਲੇ ਜਿਹੜੇ ਕਿੱਲੀਆਂ ਦੇ ਨਾਲ ਟੰਗੇ ਰਹਿ ਗਏ ਲੋਕਾਂ ਨੂੰ, ਤੇ ਉਹ ਖਾਲੀ ਦੇ ਖਾਲੀ ਆ। ਅੱਜ ਵੀ ਜਦੋਂ ਕਿਤੇ ਬਾਹਰੋਂ ਕੋਈ ਸੱਜਣ ਬੇਲੀ ਫੋਨ ਕਰਦਾ, ਉਹ ਕਹਿੰਦਾ ਕਿ ਜਿਗਰਾ ਹੋਵੇ ਤੇ ਤੁਹਾਡੇ ਵਰਗਾ ਹੋਵੇ, ਤਾਂ ਅਸੀਂ 15 ਲੱਖ ਦਾ ਘਾਟਾ ਖਾ ਲਿਆ ਪਤੰਦਰੋਂ, ਫਿਰ ਵੀ ਤੁਸੀਂ ਬਿਲਕੁਲ ਪਰਵਾਹ ਨਹੀਂ ਕਰਦੇ। ਸੋ ਮਜ਼ਾਕ ਬਣ ਗਏ ਅਸੀਂ ਸਾਰੇ 15 ਲੱਖ ਵਾਲਾ। ਤਾਂ ਇਹ ਚੀਜ਼ਾਂ ਜਿਹੜੀਆਂ ਉਹ ਨਰਿੰਦਰ ਮੋਦੀ ਦੇ ਖਾਤੇ 'ਚ ਅਸਫਲਤਾਵਾਂ ਬਣ ਕੇ ਜੁੜਦੀਆਂ ਜਾ ਰਹੀਆਂ। ਜਿਵੇਂ ਸਵੱਛ ਭਾਰਤ ਦਾ ਡਰਾਮਾ ਹੋਇਆ, ਉਹ ਫੇਲ ਹੋ ਗਿਆ। ਇਹਨਾਂ ਦੇ ਫੋਟੋ ਸੈਸ਼ਨ ਚੱਲਦੇ ਰਹੇ। ਸਵੱਛ ਭਾਰਤ ਦੀ ਅੱਜ ਮੁਹਿੰਮ ਦਮ ਤੋੜ ਗਈ, ਸ਼ੁਰੂ ਹੋਣ ਤੋਂ ਪਹਿਲਾਂ ਦਮ ਤੋੜ ਗਈ ਸੀ। ਫਿਰ ਨਾਰਾ ਦਿੱਤਾ ਗਿਆ ਜੀ ਕਾਲਾ ਧਨ ਵਾਲਾ ਕਿ ਆਏਗਾ ਆਏਗਾ, ਉਹ ਕਾਲਾ ਧਨ ਵਾਲਾ ਜਿਹੜਾ ਨਾਰਾ ਸੀ ਉਹ ਵੀ ਕਾਲਾ ਹੋ ਗਿਆ। ਫਿਰ ਜਨ ਧਨ ਯੋਜਨਾ ਆ ਗਈ। ਜਨ ਧਨ ਯੋਜਨਾ ਦਾ ਵੀ ਹੁਣ ਹਾਲ ਇਹ ਹੋਇਆ ਪਿਆ ਕਿ ਇਸ ਜਨ ਧਨ ਯੋਜਨਾ ਦੇ ਅਧੀਨ ਜਿਹੜੇ 11 ਕਰੋੜ ਤੋਂ ਵੱਧ ਬੈਂਕ ਖਾਤੇ ਖੋਲੇ ਗਏ ਸਨ, ਉਹ ਬੈਂਕ ਖਾਤੇ ਜਿਹੜੇ ਖੋਲੇ ਗਏ ਸੀ ਉਹ ਅੱਜ ਤੱਕ ਚਾਲੂ ਹੀ ਨਹੀਂ ਹੋ ਰਹੇ। ਯਾਨੀ ਖੁੱਲ ਗਏ, ਇਹਨਾਂ ਨੇ ਖੁਲਵਾ ਦਿੱਤੇ ਗਰੀਬਾਂ ਨੂੰ ਲਾਲਚ ਦੇ ਕੇ ਜੀ ਤੁਹਾਡੀਆਂ ਸਬਸਿਡੀਆਂ ਸਿੱਧੀਆਂ ਆਉਣਗੀਆਂ। ਕਈਆਂ ਨੂੰ ਕਹਿਤਾ ਜੀ 15 ਲੱਖ ਤੁਹਾਡੇ ਇਸੇ ਅਕਾਊਂਟ 'ਚ ਹੀ ਆਉਣਾ ਜਿਹੜਾ ਹੁਣ ਨਵਾਂ ਖੁੱਲੇਗਾ ਖਾਤਾ। ਬਹੁਤੇ ਲੋਕਾਂ ਨੇ ਤਾਂ ਖੁਲਵਾ ਲਿਆ ਖਾਤਾ ਜੀ 15 ਲੱਖ ਉੱਧਰੋਂ ਪਾਉਣਗੇ ਮੋਦੀ ਸਾਹਿਬ, ਇੱਧਰੋਂ ਕਢਾਵਾਂਗੇ ਤੇ ਨਾਲ ਦੀ ਨਾਲ ਹੀ ਜਿਹੜੀ ਤਕਦੀਰ ਪਲਟ ਜਾਵੇਗੀ। ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਖਾਤੇ ਖੁਲਵਾਏ ਸਨ। ਉਹ ਹੁਣ ਮੁਸੀਬਤ ਬਣ ਗਏ, ਕਿਉਂਕਿ ਜੇ ਕੋਈ ਬੋਝੇ 'ਚ ਕੁਝ ਗਾਜਰਾਂ ਹੋਣਗੀਆਂ ਤੇ ਤਾਂ ਹੀ ਮੇਲਾ ਵੇਖਿਆ ਜਾਏਗਾ ਨਾ। ਲੋਕ ਜਿਹੜੇ ਆ ਉਹ ਖਾਤੇ ਤਾਂ ਖੁਲਵਾ ਲਏ, ਪਰ ਉਹਨਾਂ ਖਾਤਿਆਂ ਨੂੰ ਆਪਰੇਟ ਕਰਨ ਦੇ ਉਹ ਯੋਗ ਨਹੀਂ ਹੈ, ਕਿਉਂਕਿ ਪੈਸਾ ਧੇਲਾ ਪੱਲੇ ਨਹੀਂ ਧੇਲਾ ਕਰਦੀ ਮੇਲਾ ਬੈਂਕ 'ਚੋਂ ਕੀ ਲੈਣ ਜਾਣ ਜਦੋਂ ਉਹਨਾਂ ਦੇ ਕੋਲ ਸੇਵਿੰਗ ਹੀ ਨਹੀਂ। ਸੋ ਉਹ ਜਿਹੜੇ ਖਾਤੇ ਆ ਉਹ ਜ਼ੀਰੋ ਬੈਲੈਂਸ ਤੇ ਆ ਬਹੁਤੇ, ਤੇ ਜ਼ੀਰੋ ਬੈਲੈਂਸ ਦੇ ਜਿਹੜੇ ਖਾਤਿਆਂ ਨੂੰ ਚਾਲੂ ਰੱਖਣ ਲਈ RBI ਹੈ ਜਿਹੜੀ ਉਹ ਖੁਦ ਪੱਲਿਓਂ ਭੁਗਤਾਨ ਕਰਨ ਰਹੀ ਹੈ ਕਿ ਕਿਉਂਕਿ ਇਹਨਾਂ ਨੇ ਇਹ ਯੋਜਨਾ ਬਣਾਈ ਸੀ ਕਿ ਖਾਤੇ ਬੰਦ ਨਹੀਂ ਹੋਣਗੇ ਕਿਸੇ ਵੀ ਹਾਲਤ 'ਚ। ਹੁਣ ਨਾ ਤੇ ਉਹ ਖਾਤੇ ਬੰਦ ਹੋ ਸਕਦੇ ਆ, ਨਾ ਉਹ ਚਾਲੂ ਰੱਖੇ ਜਾ ਸਕਦੇ ਆ, ਨਾ ਜਿਉਂਦਿਆਂ 'ਚ ਨਾ ਮਰਿਆ 'ਚ। ਇੱਕ ਯੋਜਨਾ ਇਹ ਜਿਹੜੀ ਹੈ ਮੋਦੀ ਸਾਹਿਬ ਦੀ ਉਹ ਵੀ ਦਮ ਤੋੜ ਗਈ ਹੈ। ਇੱਕ ਦਿਨ ਕਹਿੰਦੇ ਪਏ ਸੀ ਕਿ ਇਹ ਗਏ ਸੀ ਕਿ ਸ਼ਾਇਦ ਬੈਲਜੀਅਮ 'ਚ, ਮੈਂ ਸੁਣ ਰਿਹਾ ਸੀ ਸਪੀਚ, ਕਹਿੰਦੇ ਕਿ ਸਾਡੇ ਉਦੋਂ 11 ਕਰੋੜ ਨੂੰ ਦੇਖੋ ਕਿੱਡਾ ਸਾਡਾ ਪ੍ਰਧਾਨ ਮੰਤਰੀ ਤਰੱਕੀ ਕਰਦਾ। ਦਿੱਲੀ 'ਚ 11 ਕਰੋੜ ਸੀਗੇ ਬੈਂਕ ਖਾਤੇ, ਬੈਲਜੀਅਮ ਜਾਂਦੇ 34 ਕਰੋੜ ਬਣ ਗਿਆ। ਕਹਿੰਦਾ ਜੀ ਮੈਂ ਇੱਕ ਸੱਦਾ ਦਿੱਤਾ, 34 ਕਰੋੜ ਲੋਕਾਂ ਨੇ ਬੈਂਕ ਖਾਤੇ ਖੁਲਾ ਲਏ ਔਰ 34,000 ਕਰੋੜ ਰੁਪਇਆ ਉਹਦੇ 'ਚ ਆ ਗਿਆ ਜੀ। ਕਹਿੰਦਾ 34,000 ਕਰੋੜ ਰੁਪਈਆ ਵੀ ਜਮ੍ਹਾਂ ਕਰਵਾ ਦਿੱਤਾ ਲੋਕਾਂ ਨੇ। ਕਹਿੰਦਾ ਵੇਖੋ ਗਰੀਬ ਕਿੰਨੇ ਅਮੀਰ ਹੈ, ਤੇ ਕਹਿੰਦਾ ਕੁਝ ਅਮੀਰ ਹੈ ਜਿਹੜੇ ਉਹ ਕਿੰਨੇ ਗਰੀਬ ਹੈ ਕਿ ਬੈਂਕਾਂ ਦਾ ਲੈ ਕੇ ਪੈਸਾ ਭੱਜ ਜਾਂਦੇ ਆ। ਸ਼ਿਕਾਰਿਆ ਸੀ। ਮੈਂ ਕਿਹਾ ਦੇਖ ਇਹੀ ਤਾਂ ਤੁਹਾਡੇ ਕੋਲ ਬਹਾਨਾ ਹੈ ਕਿ ਜਿਹੜੇ ਗਰੀਬ ਹੈ ਉਹਨਾਂ ਦਾ ਜਿਹੜਾ ਖੂਨ ਚੂਸ ਕੇ ਤੁਸੀਂ ਉਹ ਭਜਾ ਦਿੰਦੇ ਹੋ ਉਹਨਾਂ ਨੂੰ। ਜਿਹੜੇ ਅਮੀਰਾਂ ਦੀ ਗਰੀਬੀ ਕੱਢਣ ਲਈ ਜਿਹੜੇ ਗਰੀਬ ਹੈ ਵਿਚਾਰੇ ਸਾਰੀ ਉਮਰ ਹੱਡ ਰੋਲ ਕੇ ਮਰ ਜਾਂਦੇ ਆ। ਸੋ ਇਹ ਕੁੱਲ ਮਿਲਾ ਕੇ ਦੇਖੀਏ ਤੇ ਇੱਕ ਹੋਰ ਇਹਨਾਂ ਦੀ ਜਿਹੜੀ ਯੋਜਨਾ ਸੀ ਉਹ ਖੂਹ ਖਾਤੇ ਚਲੀ ਗਈ। ਕੋਈ ਗੱਲ ਨਹੀਂ, ਇੱਕ ਚਲੀ ਗਈ, ਦੂਜਾ ਇੱਕ ਮੁੱਠ ਚੁੱਕ ਦੂਜੀ ਤਿਆਰ। ਉਹ ਨਰਿੰਦਰ ਮੋਦੀ ਹੁਣੀ ਹੋਰ ਲੈ ਕਹਿੰਦੇ ਸਕਿੱਲ ਇੰਡੀਆ ਤੇ ਸਟੈਂਡ ਅਪ ਇੰਡੀਆ। ਹੁਣ ਇਹ ਸਟੈਂਡ ਅਪ ਪਤਾ ਨਹੀਂ ਹੁੰਦੀ, ਇਹ ਸਟੈਂਡ ਅਪ ਕੇ ਥੱਲੇ ਇਹਦੀ ਬੈਠਕ ਵੱਜਦੀ ਹੈ ਸਵਾਲ ਜੀ। ਬਿਲਕੁਲ। ਤੇ ਅਗਲੀ ਗੱਲ ਕਰੀਏ, ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਮੁੰਡਿਆਂ ਦੇ ਧੜੇ ਫਸੇ, 8 ਜ਼ਖਮੀ। ਬਿਲਕੁਲ ਇਹ ਜਿਹੜਾ ਇੱਕ ਵਰਤਾਰਾ ਚੱਲਿਆ ਕਾਲਜਾਂ ਦੇ ਵਿੱਚ ਉਹ ਦੱਸਦਾ ਹੈ ਕਿ ਤਰੀਕੇ ਦੇ ਨਾਲ ਇਹ ਗੈਂਗਵਾਰ ਸ਼ੁਰੂ ਹੋ ਗਈਆਂ ਨੇ। ਕੈਂਪਸ ਦੇ ਵਿੱਚ ਕਿਸ ਤਰ੍ਹਾਂ ਗੈਂਗਵਾਰ ਹੁੰਦੀਆਂ ਨੇ। ਆਪਾਂ ਇਹਨਾਂ ਨੂੰ ਲੜਾਈਆਂ ਨਹੀਂ ਕਹਿ ਸਕਦੇ, ਲੜਾਈਆਂ ਉਦੋਂ ਹੁੰਦੀਆਂ ਸੀਗੀਆਂ, ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਔਰ ਹੁੰਦੀਆਂ ਆਈਆਂ ਨੇ ਔਰ ਬੰਦ ਵੀ ਨਹੀਂ ਕਦੇ ਹੋਣਗੀਆਂ। ਪਰ ਪਹਿਲੀਆਂ ਲੜਾਈਆਂ ਸੀ, ਹੋ ਜਾਣਾ ਝਗੜਾ ਹੋ ਜਾਣਾ, ਅਗਲੇ ਦਿਨ ਮਾਂ ਪਿਓ ਇਕੱਠੇ ਹੋਣੇ ਜਾਂ ਕਾਲਜ ਦੇ ਵਿੱਚ ਹੀ ਨਿਪਟਾਰਾ ਹੋ ਜਾਂਦਾ ਸੀ, ਫਿਰ ਇੱਕ ਹੋ ਜਾਂਦੇ ਸੀ। ਉਦੋਂ ਵੀ ਸਿਰ ਖੁੱਲ ਜਾਂਦੇ ਸੀ ਕਈ ਵਾਰੀ, ਪਰ ਦੁਸ਼ਮਣੀ ਨਹੀਂ ਸੀ, ਜਾਨੀ ਦੁਸ਼ਮਣੀ ਨਹੀਂ ਸੀ ਕਿ ਲੋਕ ਮੁੰਡੇ ਜਿਹੜੇ ਸੀ ਲੜ ਵੀ ਪੈਂਦੇ ਸੀ, ਪਾਰਟੀਬਾਜ਼ੀ ਵੀ ਰੱਖਦੇ ਸੀ, ਪਰ ਇੱਥੋਂ ਤੱਕ ਨਹੀਂ ਸਨ ਜਾਂਦੇ। ਹੁਣ ਤੁਸੀਂ ਦੇਖੋ ਕਿ ਪਰਸੋਂ ਮੁੰਡਾ ਮਾਰਿਆ ਜਿਹੜਾ ਟਾਈਮ ਮਿੱਥ ਕੇ ਲੜਾਈ ਹੋਈ ਜਗਰਾਉਂ ਦਾ ਲੁਧਿਆਣੇ ਦੇ ਵਿੱਚ ਜੀ। ਇੱਕ ਕਤਲ ਉਹਦਾ ਸਿਵਾ ਜਿਹੜਾ ਠੰਡਾ ਨਹੀਂ ਸੀ ਹੋਇਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਫੈਸ਼ਨ ਸ਼ੋਅ ਵਹਿੰਦੇ ਉਹ ਲਟਕੇ ਝਟਕੇ ਵਹਿੰਦੇ ਆਪਸ 'ਚ ਦੋ ਧੜੇ ਲੜ ਪਏ, ਰੱਜ ਕੇ ਫਾਇਰਿੰਗ ਹੋਈ ਉੱਥੇ ਯੂਨੀਵਰਸਿਟੀ ਦੇ ਵਿੱਚ। ਉਹ ਹਾਲੇ ਖਬਰ ਜਿਹੜੀ ਹੈ ਉਹਦੀ ਸਾਈ ਸੁੱਕੀ ਨਹੀਂ ਕਿ ਉੱਤੋਂ ਇਹ ਖਬਰ ਆ ਗਈ ਕਿ ਅੱਜ ਅੰਮ੍ਰਿਤਸਰ ਦੇ ਵਿੱਚ DAV ਖਾਲਸਾ ਕਾਲਜ ਹੈ ਜਿਹੜਾ ਅੰਮ੍ਰਿਤਸਰ ਦਾ ਜਿਹੜਾ DAV ਕਾਲਜ ਹੈ
ਉਹਦੇ ਬਾਹਰ ਦੋ ਧੜੇ ਟਕਰਾ ਗਏ ਔਰ ਦੋ ਧੜੇ ਸੀਗੇ ਜਿਹੜੇ ਉਹਨਾਂ ਦੇ 8 ਮੁੰਡੇ ਜਿਹੜੇ ਉਹ ਗੰਭੀਰ ਜ਼ਖਮੀ ਹੋ ਗਏ। ਇਹਨਾਂ ਦੇ ਵਿੱਚੋਂ ਇੱਕ ਧੜਾ ਜਿਹੜਾ ਉਹ ਖੁਦ ਕੈਬਨਿਟ ਮੰਤਰੀ ਅਨਿਲ ਜੋਸ਼ੀ ਦਾ, ਔਰ ਅਨਿਲ ਜੋਸ਼ੀ ਪਤਾ ਲੈਣ ਗਏ ਨੇ ਬਕਾਇਦਾ ਨਾਲ ਦੀ ਨਾਲ। ਆਮ ਬੰਦੇ ਦਾ ਚਾਹੇ ਸਾਰਾ ਟੱਬਰ ਫਨਾਹ ਹੋ ਜੇ, ਇਹ ਛੇਤੀ ਬੌੜਦੇ ਨੇ। ਤੇ ਉੱਥੇ ਲੜਾਈ ਹੋਈ ਹੈ ਮੁੰਡਿਆਂ ਦੀ, ਤੇ ਮੰਤਰੀ ਸਾਹਿਬ ਸਾਰੇ ਕੰਮ ਛੱਡ ਕੇ ਨਾਲ ਦੀ ਨਾਲ ਪਤਾ ਲੈਣ ਪਹੁੰਚ ਗਿਆ। ਹੁਣ ਜਿੱਥੇ ਦੇਖੋ ਸਿਆਸਤ ਜਾ ਕੇ, ਮੈਂ ਕੱਲ ਵੀ ਗੱਲ ਕੀਤੀ ਸੀ ਉਸ ਮੁੰਡੇ ਵਾਲੀ ਜਿਹੜੀ ਉਹ ਟਾਈਮ ਮਿੱਥ ਕੇ ਲੜਾਈ ਹੋਈ ਸੀ, ਕਿ ਜਿੱਥੇ ਸਿਆਸਤ ਸਪਾਂਸਰ ਕਰਦੀ ਹੈ ਗਰੁੱਪਬਾਜ਼ੀ, ਫਿਰ ਉੱਥੇ ਸਭ ਕੁਛ ਹੋਣਾ, ਕਿਉਂਕਿ ਉਹਨਾਂ ਦੀ ਤਲਾਸ਼ੀ ਨਹੀਂ ਲਈ ਜਾਣੀ। ਅੰਦਰ ਭਾਵੇਂ ਅਸਲਾ ਲੈ ਜਾਣ। ਯੂਨੀਵਰਸਿਟੀ ਵੀ ਜਿਹੜੀਆਂ ਗੋਲੀਆਂ ਚੱਲੀਆਂ ਉਹ ਅਸਲ ਦੇ ਵਿੱਚ ਕਿਤੇ ਨਾ ਕਿਤੇ ਪਿਸਤੌਲ ਨਾਲ ਹੀ ਚੱਲੀਆਂ, ਬੰਦੂਕ ਨਾਲ ਹੀ ਚੱਲੀਆਂ। ਉਹ ਕਿਵੇਂ ਅੰਦਰ ਗਿਆ, ਕੌਣ ਇਜਾਜ਼ਤ ਦਿੰਦਾ ਇਹਨਾਂ ਸਾਰੀਆਂ ਚੀਜ਼ਾਂ ਦੀ? ਸੋ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੀ ਜਿਹੜੀ ਇੱਕ ਸਮੱਸਿਆ ਨੂੰ ਉਜਾਗਰ ਕਰਦਾ ਹੈ ਇਹ ਸਾਰਾ ਘਟਨਾਕ੍ਰਮ, ਕਿ ਜਿਹੜੀਆਂ ਧਿਰਾਂ ਸਪਾਂਸਰ ਕਰਦੀਆਂ ਸਿਆਸੀ ਧਿਰਾਂ, ਉਹ ਫਿਰ ਜਿਹੜੀਆਂ ਦੱਬ ਕੇ ਲਾਹ ਵੀ ਲੈਂਦੀਆਂ ਤੇ ਉਹਦੇ ਬਦਲੇ ਛੂਟਾਂ ਦਿੱਤੀਆਂ ਜਾਂਦੀਆਂ ਕਿ ਮੁੰਡੇ ਆ ਜਿਹੜੇ ਆਪਣਾ ਨਜਾਇਜ਼ ਅਸਲਾ, ਹੋਰ ਲੜਾਈ ਦਾ ਸਾਜੋ ਸਮਾਨ ਹੈ ਜਿਹੜਾ, ਉਹ ਬੇਫਿਕਰ ਲੈ ਕੇ ਘੁੰਮਦੇ। ਉਹਨਾਂ ਨੂੰ ਪਤਾ ਜੇ ਕੋਈ ਨਾਕੇ ਤੇ ਰੋਕੇਗਾ ਵੀ ਮੰਤਰੀ ਸਾਹਿਬ ਦੇ ਜਾਂ ਸੰਤਰੀ ਸਾਹਿਬ ਦੇ ਕੰਨਾਂ ਨੂੰ ਫੋਨ ਲਾ ਦੇਣਾ, ਕੋਈ ਚੱਕਰ ਨਹੀਂ। ਪਰ ਇਹ ਜਿਹੜੀਆਂ ਚੀਜ਼ਾਂ ਹੈ, ਇਹ ਚੀਜ਼ਾਂ ਸਾਡੀ ਜਵਾਨੀ ਨੂੰ ਕਰਾਹੇ ਪਾ ਰਹੀਆਂ। ਆਹ 3 ਘਟਨਾਵਾਂ ਤੁਸੀਂ ਕੁਝ ਘੰਟਿਆਂ 'ਚ ਵੇਖ ਲਈਆਂ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਪਿੱਛੇ ਰਹਿ ਜਾਂਦੀਆਂ। ਇਹ ਸਾਡੇ ਜਿਹੜੇ ਕਾਲਜ ਦੇ ਪ੍ਰਬੰਧਨ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਪਾਰਟੀਬਾਜ਼ੀ ਕਿਵੇਂ ਖਤਮ ਕਰਨੀ ਚਾਹੀਦੀ ਹੈ। ਇਹ ਅਸਲਾ ਜੇ ਕਾਲਜਾਂ ਦੇ ਵਿੱਚ ਜਾਣ ਲੱਗ ਪਿਆ ਤੇ ਫਿਰ ਤੁਸੀਂ ਉਮੀਦ ਇਹ ਵੀ ਕਰ ਸਕਦੇ ਹੋ, ਵੈਸੇ ਇਹ ਉਮੀਦ ਕਰਨੀ ਬਹੁਤ ਰੂਹ ਕੰਬਾਉਣ ਵਾਲੀ ਹੈ, ਕਿ ਜਿਸ ਤਰ੍ਹਾਂ ਬਾਹਰਲੇ ਮੁਲਕਾਂ 'ਚੋਂ ਕਈ ਵਾਰ ਸਾਡੇ ਗੋਲੀਬਾਰੀ ਦੀਆਂ ਖਬਰਾਂ ਆਉਂਦੀਆਂ ਕਿ ਬਹੁਤ ਵੱਡੇ ਨੁਕਸਾਨ ਕਰ ਦਿੰਦੇ ਆ ਉੱਥੇ ਸਿਰ ਫਿਰੇ, ਤੇ ਕਿਸੇ ਦਿਨ ਜੇ ਇਸ ਤਰੀਕੇ ਨਾਲ ਅਸਲੇ ਅੰਦਰ ਜਾਂਦੇ ਰਹੇ ਤੇ ਫਿਰ ਤੁਸੀਂ ਉਮੀਦ ਕਰ ਸਕਦੇ ਹੋ ਕੋਈ ਵੱਡਾ ਨਰਸੰਹਾਰ ਵੀ ਕਰ ਸਕਦੇ ਇਸ ਦੇ। ਜੀ ਜੀ ਤੇ ਅਗਲੇ ਆਪਾਂ ਜੇ ਗੱਲ ਕਰੀਏ ਵੀ ਦੁਖੀ ਹੋਏ ਕੈਪਟਨ ਬੋਲਿਆ ਵੀ ਕਾਂਗਰਸ ਨੂੰ ਕਾਂਗਰਸ ਹੀ ਹਰਾਏਗੀ, ਦੂਜੀ ਪਾਰਟੀ 'ਚ ਇੰਨਾ ਦਮ ਨਹੀਂ। ਕੋਚ ਹੁੰਦਾ ਨਾ ਜੀ ਜਿਹੜਾ, ਉਹ ਜਿਹੜਾ ਮਰਜ਼ੀ ਟੈਲੈਂਟਡ ਹੋਵੇ, ਜਿੰਨਾ ਮਰਜ਼ੀ ਉਹ ਕੋਚ ਹੰਢਿਆ ਹੋਵੇ, ਤੇ ਜਦੋਂ ਉਹਦੀ ਟੀਮ ਹੈ ਜਿਹੜੀ ਉਹਦੀਆਂ ਟੈਕਟਿਕਸ ਨੂੰ, ਉਹਦੀਆਂ ਰਣਨੀਤੀਆਂ ਨੂੰ ਮੈਦਾਨ 'ਚ ਇੰਪਲੀਮੈਂਟ ਨਹੀਂ ਕਰਦੀ, ਉਹ ਟੀਮ ਕਦੇ ਨਹੀਂ ਜਿੱਤ ਸਕਦੀ ਜੀ। ਇਹਨਾਂ ਨੇ ਕੋਚ ਲੈ ਆਂਦਾ ਪ੍ਰਸ਼ਾਂਤ ਕਿਸ਼ੋਰ, ਕਾਫੀ ਮੋਟੀ ਰਕਮ ਦੇ ਕੇ। ਹੁਣ ਕੋਚ ਦਾ ਕੰਮ ਉਹਨੇ ਦੱਸ ਦੇਣਾ ਕਿ ਭਾਈ ਐ ਨਹੀਂ ਐ ਕਰ ਲਓ, ਰਾਹ ਪਾ ਦੇਣਾ ਕਿ ਤੂੰ ਤੇਰੀ ਭੂਮਿਕਾ ਹੈ। ਹੁਣ ਜੇ ਖਿਡਾਰੀ ਉੱਥੇ ਜਾ ਕੇ ਉਹਦੀਆਂ ਕਈਆਂ ਗੱਲਾਂ ਨੂੰ ਇੰਪਲੀਮੈਂਟ ਕਰਨ ਦੀ ਥਾਂ ਤੇ ਛਿੱਤਰੋ ਛਿੱਤਰੀ ਹੋ ਜਾਣ, ਫਿਰ ਮੈਚ ਸਵਾਹ ਜਿੱਤਣਾ। ਉਹੀ ਗੱਲ ਇੱਥੇ ਹੋ ਰਹੀ ਹੈ ਕਾਂਗਰਸ ਦੇ ਨਾਲ ਕਿ ਪ੍ਰਸ਼ਾਂਤ ਕਿਸ਼ੋਰ ਹੋਰੀ ਵਿਚਾਰੇ ਯੋਜਨਾਵਾਂ ਬਣਾਉਂਦੇ ਆ, ਕਦੇ ਕਾਫੀ ਵਿਦ ਕੈਪਟਨ, ਕਦੇ ਵਰਕਰਾਂ ਦੇ ਨਾਲ ਮੀਟਿੰਗ, ਪਰ ਹੁੰਦਾ ਇੱਕ ਹੀ ਨਤੀਜਾ ਕਿ ਉੱਥੇ ਕਾਫੀ ਦੀ ਥਾਂ ਤੇ ਇਹਨਾਂ ਨੂੰ ਕੌੜੇ ਬੋਲ ਪੀਣੇ ਪੈ ਜਾਂਦੇ ਆ, ਲੱਸੀ ਹੋ ਜਾਂਦੀ ਹੈ, ਤਲਖ ਕਲਾਮੀ ਜਿਹੜੀ ਹੁੰਦੀ ਹੈ। ਤੇ ਜਦੋਂ ਵਰਕਰਾਂ ਦੇ ਨਾਲ ਮੀਟਿੰਗ ਹੁੰਦੀ ਹੈ ਉੱਥੇ ਇੱਕ ਦੌਰ ਹੋਰ ਹੀ ਚੱਲ ਪੈਂਦਾ, ਉਹਦੇ ਪੋਤੜੇ ਫੋਲਦਾ, ਉਹਦੇ ਪੋਤੜੇ ਫੋਲਦਾ। ਤੇ ਇਸੇ ਕੁੱਕੜ ਖੇਹ ਨੂੰ ਲੈ ਕੇ ਹੀ ਕੈਪਟਨ ਅਮਰਿੰਦਰ ਸਿੰਘ ਬੋਲੇ ਆ। ਕੱਲ ਲੁਧਿਆਣੇ ਦੇ ਵਿੱਚ ਗਏ ਸਨ, ਉੱਥੇ ਪਹਿਲਾਂ ਤੇ ਜਿਹੜਾ ਯੂਥ ਦਾ ਪ੍ਰਧਾਨ ਸੀਗਾ, ਵਾਈਸ ਪ੍ਰਧਾਨ ਸੀ, ਉਹ ਆਪ ਦਾ ਪ੍ਰਧਾਨ ਸੀ, ਉਹਦੀਆਂ ਸ਼ਿਕਾਇਤਾਂ ਲੈ ਕੇ ਬਹਿ ਗਿਆ, ਇਹ ਐਂ ਕਰਦਾ, ਉਹ ਕਰਦਾ, ਉਹ ਕਰਦਾ। ਇੱਥੋਂ ਤੱਕ ਕਹਿ ਦਿੱਤਾ ਜੀ ਕਿ ਸਰਟੀਫਿਕੇਟ ਵੀ ਇਹਦੇ ਜਿਹੜੇ ਆ ਉਹ ਵੀ ਚੈੱਕ ਕੀਤੇ ਜਾਣ। ਦੂਜੇ ਪਾਸੇ ਜਿਹੜੇ ਵਰਕਰ ਬੋਲੇ ਜੀ ਆਹ ਜਿਹੜਾ MLA ਤੁਸੀਂ ਸਾਨੂੰ ਦਿੱਤਾ, ਇਹ ਤਾਂ ਕੁੰਡਾ ਹੀ ਨਹੀਂ ਖੋਲਦਾ, ਜਾਈਏ ਸਾਡੇ ਕਿਸੇ ਮੁਸੀਬਤ 'ਚ ਕੰਮ ਹੀ ਨਹੀਂ ਆਉਂਦਾ, ਇਹਨੂੰ ਬਦਲੋ, ਉਹ ਕਰੋ, ਉਹ ਕਰੋ। ਤਾਂ ਇਹਨਾਂ ਚੀਜ਼ਾਂ ਤੋਂ ਅੱਕ ਕੇ ਕੈਪਟਨ ਅਮਰਿੰਦਰ ਸਿੰਘ ਨੇ ਆਖ ਦਿੱਤਾ, ਉਹਨੇ ਆਖਿਆ ਦੂਜੀ ਪਾਰਟੀ ਕਿਸੇ 'ਚ ਹਰਾਉਣ ਦਾ ਦਮ ਨਹੀਂ ਹੈ, ਪਰ ਕਾਂਗਰਸ ਨੂੰ ਹਰਾਇਆ ਤੇ ਆਪ ਹੀ ਕਾਂਗਰਸ ਹਰਾਏਗੀ। ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਜਿਹੜਾ ਚੰਨ ਚੜ੍ਹਿਆ ਤਾਂ ਫਿਰ ਤੁਹਾਡੇ ਹੱਥੋਂ ਹੀ ਚੰਨ ਚੜ੍ਹੇਗਾ ਜਿਸ ਹਿਸਾਬ ਨਾਲ ਤੁਸੀਂ ਚੱਲਦੇ ਪਏ ਹੋ। ਤਾਂ ਇਹ ਗੱਲ ਸੋਚਣ ਵਾਲੀ ਹੈ ਜੀ, ਕੈਪਟਨ ਅਮਰਿੰਦਰ ਸਿੰਘ ਜੇ ਇਸ ਚੁਣੌਤੀ ਨੂੰ ਪਾਰ ਨਹੀਂ ਕਰ ਸਕਦੇ, ਅਜੇ ਦੀ ਫੋਟਾ ਲਈ ਹੈ, ਕਿਉਂਕਿ ਕਿਸੇ ਵੀ ਲੀਡਰ ਲਈ ਸਭ ਤੋਂ ਜਿਹੜੀ ਵੱਡੀ ਚੀਜ਼ ਔਰ ਬੇਸਿਕ ਚੀਜ਼ ਹੈ ਉਹ ਇਹੀ ਹੈ ਕਿ ਆਪਣੀ ਟੀਮ ਨੂੰ ਇੱਕ ਮੁੱਠ ਕਰੇ। ਜੇ ਕੈਪਟਨ ਅਮਰਿੰਦਰ ਸਿੰਘ ਇਹ ਨਹੀਂ ਕਰ ਸਕਦੇ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਖਿਆਲੀ ਪਲਾਓ ਪਕਾਉਣੇ ਛੱਡ ਦੇਣ, ਕਿਉਂਕਿ ਇਹ ਜੇ ਜੰਗ ਨੂੰ ਜਾ ਰਹੇ ਆ, ਪਿੱਛੇ ਜਿਹੜੀ ਫੌਜ ਦਾ ਸਹਾਰਾ ਲੈ ਕੇ ਅੱਗੇ ਟੱਕਰ ਲੈਣ ਜਾਂਦੇ ਪਏ, ਜੇ ਉਹ ਫੌਜ ਆਪਸ ਦੇ ਵਿੱਚ ਹੀ ਛਿੱਤਰੋ ਛਿੱਤਰੀ ਹੋ ਜਾਏਗੀ ਤੇ ਅਗਲੀ ਫੌਜ ਲਈ ਤੇ ਫਿਰ ਬੜਾ ਸੌਖਾ ਕੰਮ ਹੈ।
ਜੀ ਜੀ। ਪਰ ਮੈਂ ਨਾ ਵੀ ਇਹਨਾਂ ਵਰਕਰਾਂ ਦਾ ਵੀ ਕਸੂਰ ਨਹੀਂ, ਇਹਨਾਂ ਨੂੰ ਮਸਾਂ ਹੀ ਤਾਂ ਮੌਕਾ ਮਿਲਿਆ ਕੈਪਟਨ ਹੁਣਾਂ ਦੇ ਦਰਸ਼ਨ ਕਰਨ ਦਾ ਸਿੱਧੇ, ਉਹਨਾਂ ਨੇ ਤਾਂ ਭੜਾਸ ਕੱਢਣੀ ਸੀਗੀ। ਬਿਲਕੁਲ ਬਿਲਕੁਲ, ਜਿਹੜੀਆਂ ਚੀਜ਼ਾਂ ਉਤਲੇ ਪੱਧਰ ਤੇ ਅਣਦੇਖੀਆਂ ਹੋਈਆਂ ਤਾਂ ਉਹ ਫਿਰ ਵਰਕਰ ਨੇ ਰੋਣਾ ਹੀ। ਇਹਨਾਂ ਦੇ ਨਾਲ ਇਹਨਾਂ ਦੇ ਹੇਠਲੇ ਪੱਧਰ ਤੇ ਬੜੀਆਂ ਹੋਈਆਂ, ਬਹੁਤ ਕੁਝ ਹੋਇਆ, ਬੜਾ ਧੱਕਾ ਹੋਇਆ, ਹਾਕਮ ਫਿਰ ਨੇ ਬਹੁਤ ਕੀਤੀਆਂ ਨੇ, ਪਰ ਜੋ ਇੱਕ ਸਟੈਂਡ ਹੋਣਾ ਚਾਹੀਦਾ ਕੌਮੀ ਪਾਰਟੀ ਦਾ, ਉਹ ਉਸੇ ਤਰ੍ਹਾਂ ਹੀ ਨਹੀਂ ਨਿਭਾਇਆ ਕਾਂਗਰਸ ਨੇ ਜਿਵੇਂ ਅਸੈਂਬਲੀ ਦੇ ਵਿੱਚ ਵਿਰੋਧੀ ਧਿਰ ਦਾ ਰੋਲ। ਜੀ ਜੀ। ਤਾਂ ਅਗਲੀ ਗੱਲ ਕਰੀਏ, ਹਾਈ ਕੋਰਟ ਇੱਕ ਵਾਰੀ ਫਿਰ ਚੰਡੀਗੜ੍ਹ ਹਵਾਈ ਅੱਡੇ ਨੂੰ ਲੈ ਕੇ ਸਰਕਾਰ ਨੂੰ ਚੰਗੀ ਫਟਕਾਰ ਪਾ ਰਿਹਾ, ਕਹਿੰਦੇ ਦਾਣੇ ਹੀ ਰੱਖ ਲਓ, ਨਹੀਂ ਚਲਾਉਣੀਆਂ ਹਵਾਈ ਸੇਵਾਵਾਂ ਤਾਂ। ਠੀਕ ਹੈ ਜੀ, ਜੇ ਕਣਕ ਵਾਲਾ ਗੋਦਾਮ ਬਣਾ ਲੈਣ, ਘੱਟੋ ਘੱਟ ਕੋਈ ਅਨਾਜ ਤੇ ਸਾਂਭਿਆ ਜਾਵੇ ਤੇ ਪੰਜਾਬ ਦੇ ਵਿੱਚ ਸਟੋਰੇਜ ਕਰਨ ਦੀ ਬੜੀ ਕਿੱਲਤ ਆ, ਤਾਂ ਸ਼ਾਇਦ ਉਹ ਥੋੜੀ ਬਹੁਤ ਜਿਹੜੀ ਆ ਪੂਰੀ ਹੋ ਸਕੇ, ਕਿਉਂਕਿ ਹਵਾਈ ਅੱਡਾ ਤੇ ਹਾਲੇ ਚੱਲਿਆ ਨਹੀਂ। ਇਹ ਐਡੀ ਵੱਡੀ ਟਿੱਪਣੀ, ਔਰ ਆਹ ਥੋੜੇ ਜਿਹੇ ਦਿਨਾਂ ਚ ਤੀਜੀ ਚੌਥੀ ਟਿੱਪਣੀ ਹੈ ਜਿਹੜੀ ਹਾਈ ਕੋਰਟ ਤੋਂ ਆਈ ਹੈ। ਇੱਕ ਵਾਰੀ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਇਹ ਦੱਸੋ ਕਿ ਇਹ ਜਿਹੜਾ ਹਵਾਈ ਅੱਡਾ ਹੈ ਚਲਾਉਣਾ ਕਿ ਨਹੀਂ ਚਲਾਉਣਾ, ਅਸੀਂ ਨਹੀਂ ਤਾਂ CBI ਦੇ ਹਵਾਲੇ ਜਾਂਚ ਕਰੀਏ। ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ 1400 ਕਰੋੜ ਰੁਪਈਆ ਤੁਸੀਂ ਲੋਕਾਂ ਦਾ ਲੈ ਗਏ, ਲੋਕਾਂ ਦੇ ਕੋਲੋਂ ਬਣਾਇਆ ਕੀ ਹੈ, ਤੁਸੀਂ ਕੀਤਾ ਕੀ ਹੈ, ਇੱਥੋਂ ਤੱਕ ਗੱਲਾਂ ਗਈਆਂ। ਫਿਰ ਵੀ ਮੇਰੇ ਹਿਸਾਬ ਨਾਲ ਹਾਈ ਕੋਰਟ ਸਿਰਫ ਫਟਕਾਰਾਂ ਹੀ ਲਾ ਰਿਹਾ, ਕੁਝ ਕਰਵਾ ਨਹੀਂ ਰਿਹਾ ਜੋ ਕਰਵਾਉਣਾ ਚਾਹੀਦਾ। ਕਿਉਂ ਵੇਖੋ, ਉਹ ਜਾਂਦੇ ਹਰ ਤਰੀਕ ਤੇ ਉਹਨਾਂ ਦਾ ਜਿਹੜਾ ਐਡਵੋਕੇਟ ਜਨਰਲ ਹੈ ਉਹ ਪੇਸ਼ ਹੁੰਦਾ ਸਰਕਾਰ ਵੱਲੋਂ, ਉਹ ਕਹਿ ਦਿੰਦਾ ਜੀ ਸਾਨੂੰ ਹਫ਼ਤਾ ਕੁ ਦਿਓ, ਅਸੀਂ ਮੀਟਿੰਗ ਕਰਨੀ ਹੈ ਫਲਾਣੀ ਏਅਰਲਾਈਨਸ ਨਾਲ। ਆ ਕੇ ਕਹਿ ਦਿੰਦਾ ਜੀ ਅਲਬੀਨੀਆ ਨੂੰ ਜਾਣ ਵਾਲੀ ਜਿਹੜੀ ਫਲਾਈਟ ਉਹ ਕਰ ਆਏ ਫਿਕਸ। ਹੁਣ ਦੇਖੋ ਅਲਬੀਨੀਆ ਨਾ ਕੋਈ ਬੁਲਾ ਜਾਵੇ ਨਾ ਕੋਈ ਇੱਧਰੋਂ ਆਵੇ, ਉਹ ਅਲਬੀਨੀਆ ਦੀ ਕਰ ਆਏ ਆ ਜੀ। ਫਿਰ ਆ ਕੇ ਆਖ ਦਿੰਦੇ ਜੀ ਇੰਡੀਗੋ ਦੇ ਨਾਲ ਗੱਲ ਚੱਲਦੀ ਪਈ ਹੈ। ਹੁਣ ਕੱਲੀ ਇੰਡੀਗੋ ਦੀ ਸਾਰੇ ਮੁਲਕਾਂ ਨੂੰ ਥੋੜੀ ਫਲਾਈਟ ਜਾਂਦੀ ਹੈ ਜੀ, ਏਅਰਲਾਈਨ ਸਾਰੇ ਮੁਲਕਾਂ 'ਚ ਕੱਲੀ ਇੰਡੀਗੋ ਦੀ ਥੋੜੀ ਹੈ, ਤੇ ਹਰੇਕ 'ਚ ਇੰਡੀਗੋ ਸਰਵਿਸ ਦੇ ਰਹੀ ਹੈ। ਤਾਂ ਉਹ ਆਖ ਦਿੰਦੇ ਜੀ ਇੰਡੀਗੋ ਨਾਲ ਗੱਲ ਚੱਲੀ ਹੈ। ਹੁਣ ਕੋਈ ਬਹਾਨਾ ਨਹੀਂ ਰਿਹਾ, ਹੁਣ ਆ ਕੇ ਕਹਿੰਦੇ ਜੀ ਸਾਨੂੰ 45 ਕੁ ਦਿਨ ਹੋਰ ਦਿਓ, ਅਸੀਂ ਉੱਥੇ ਇਮੀਗ੍ਰੇਸ਼ਨ ਦਾ ਸਟਾਫ ਹੈ ਜਿਹੜਾ ਲਾਉਣਾ, ਜਾਂ ਉੱਥੇ ਕਾਊਂਟਰ ਲਾਉਣੇ ਆ, ਉਹਨਾਂ ਲਈ ਟ੍ਰੇਨਿੰਗ ਦੇਣੀ ਹੈ ਸਟਾਫ ਨੂੰ। 45 ਤੋਂ 2 ਮਹੀਨੇ 45 ਦਿਨ ਤੋਂ 2 ਮਹੀਨੇ ਦਾ ਸਮਾਂ ਜਿਹੜਾ ਹਾਲੇ ਹੋਰ ਚਾਹੀਦਾ। ਹੁਣ ਇਹੋ ਜਿਹੇ ਹਾਲਾਤ ਹੋਣ ਤੇ ਸਾਹਮਣੇ ਹਾਈ ਕੋਰਟ ਹੋਵੇ, ਉਹ ਫਿਰ ਵੀ ਕਵੇ ਕਿ ਕੋਈ ਨਹੀਂ ਤਰੀਕ ਲੈ ਜਾਓ। ਇਹਨਾਂ ਨੂੰ ਇੱਕ ਸਮਾਂ ਦੇ ਦੇਣਾ ਚਾਹੀਦਾ ਸੀ, ਬੌਂਡ ਕਰ ਦੇਣਾ ਚਾਹੀਦਾ ਸੀ ਸਮਾਂ, ਕਿ ਭਾਈ ਆ ਚੱਕੋ 2 ਮਹੀਨੇ ਦਾ ਸਮਾਂ, 2 ਮਹੀਨਿਆਂ ਬਾਅਦ ਜੇ ਆਓਗੇ ਤੇ ਤੁਹਾਡੇ ਹੱਥ 'ਚ ਫਾਈਲ ਹੈ ਜਿਹੜੀ ਉਸ ਲਿਸਟ ਦੀ ਹੋਵੇ ਜਿਹੜੀਆਂ ਫਲਾਈਟਸ ਤੋਂ ਤੁਸੀਂ ਸ਼ੁਰੂ ਕਰ ਰਹੇ ਹੋ। ਕਿਉਂਕਿ ਹੁਣ ਸੁਣਨ 'ਚ ਇਹ ਆ ਰਿਹਾ ਹੈ ਕਿ ਕੁਝ ਸਿਆਸੀ ਧਿਰਾਂ ਦੇ ਵੀ ਹਿੱਤ ਜੁੜੇ ਆ ਦਿੱਲੀ ਏਅਰਪੋਰਟ ਦੇ ਨਾਲ, ਕੁਝ ਵੱਡੇ ਕਾਰੋਬਾਰੀਆਂ ਦੇ ਵੀ ਜੁੜੇ ਆ, ਹਰਿਆਣੇ ਵਾਲਿਆਂ ਦੇ ਵੀ ਜੁੜੇ ਆ। ਉਹ ਦਬਾਅ ਦੇ ਚੱਲਦਿਆਂ ਜਿਹੜਾ ਇਹ ਹਵਾਈ ਅੱਡਾ ਉਹ ਚਾਲੂ ਨਹੀਂ ਹੋ ਰਿਹਾ। ਪਰ ਇੱਧਰ ਜਿਹੜੇ ਚੰਡੀਗੜ੍ਹ ਦੇ ਕਾਰੋਬਾਰੀ, ਕਿਉਂਕਿ ਤੁਹਾਨੂੰ ਪਤਾ ਚੰਡੀਗੜ੍ਹ ਬੜਾ ਅਗਾਂਹ ਵਧੂ ਸ਼ਹਿਰ ਹੈ, ਸ਼ਹਿਰ ਕਾਹਦਾ ਸਟੇਟ ਹੀ ਹੈ ਛੋਟਾ ਜਿਹਾ। ਹਿਮਾਚਲ ਦੇ ਵਪਾਰੀਆਂ ਲਈ ਵੀ ਉਹ ਏਅਰਪੋਰਟ ਬੜਾ ਜ਼ਰੂਰੀ ਹੈ, ਪੰਜਾਬ ਲਈ ਵੀ ਜ਼ਰੂਰੀ ਹੈ। ਸੋ ਇੱਧਰਲੇ ਜਿਹੜੇ ਲੋਕ ਉਹ ਕਲਪ ਰਹੇ ਕਿ 1400 ਕਰੋੜ ਰੁਪਈਆ ਜੇ ਤੁਸੀਂ ਲਾਇਆ ਤੇ ਘੱਟੋ ਘੱਟ ਇਹਦਾ ਕੁੰਡ ਤੇ ਚੁੱਕੋ, ਅਸੀਂ ਵੇਖ ਕੇ ਲਈਏ ਅੰਦਰ ਵੜ ਕੇ ਕੀ ਤੁਸੀਂ ਸੱਪ ਕੱਢਿਆ ਇਹਦੇ 'ਚ 1400 ਕਰੋੜ ਵਾਲਾ। ਸੋ ਇਹ ਰੌਲਾ ਪਿਆ ਹੈ। ਪਰ ਮੇਰੇ ਖਿਆਲ ਦੇ ਨਾਲ ਇਹ ਵੇਖੋ ਸਾਡੇ ਮੁਲਕ ਦੇ ਲੋਕਾਂ ਨੂੰ ਕਿੱਡੀ ਛੇਤੀ ਬੇਵਕੂਫ ਬਣਾ ਜਾਂਦੇ ਆ। ਸਤੰਬਰ ਦਾ ਉਦਘਾਟਨ ਹੋਇਆ ਤੇ ਹਾਲੇ ਤੱਕ ਵੇਖ ਲਓ 8-9 ਮਹੀਨੇ ਹੋ ਗਏ, ਉਹ ਚੀਜ਼ ਚਾਲੂ ਨਹੀਂ ਹੋਈ। ਇੱਥੇ ਇਹੋ ਜਿਹੀ ਰੀਤ ਬਣ ਗਈ ਹੈ ਕਿ ਜਿਹੜਾ ਇੱਕ ਨੀਂਹ ਪੱਥਰ ਹੈ ਉਹਨੂੰ 4-4 ਜਣੇ ਰੱਖ ਜਾਂਦੇ ਆ। ਉਦਘਾਟਨ ਹੈ ਜਿਹੜਾ ਉਹ ਹਾਲੇ ਅੱਧ ਵਿਚਾਲੇ ਕੰਮ ਚੱਲਦਾ ਹੁੰਦਾ ਤੇ ਉਦਘਾਟਨ ਵੀ ਹੋ ਜਾਂਦਾ। ਇਹਨਾਂ ਚੀਜ਼ਾਂ ਤੇ ਲਗਾਮ ਲੱਗਣੀ ਚਾਹੀਦੀ ਹੈ। ਇੰਨਾ ਪੈਸਾ ਲੱਗਾ ਤੇ ਉਦਘਾਟਨ ਉਸੇ ਦਿਨ ਹੀ ਹੋਣਾ ਚਾਹੀਦਾ ਜਿਸ ਦਿਨ ਜਹਾਜ਼ ਸੀਟੀਆਂ ਮਾਰਦੇ ਪਾਰ ਸਮੁੰਦਰਾਂ ਨੂੰ ਜਾਣ। ਜੀ ਬਿਲਕੁਲ ਜੀ, ਬਹੁਤ ਸਮੱਸਿਆ ਹੈ। ਅੰਮ੍ਰਿਤਸਰ ਵਾਲਾ ਵੀ ਇਹਨਾਂ ਨੇ ਇਸੇ ਚੱਲਦਿਆਂ ਨੂੰ ਖਰਾਬ ਕਰ ਛੱਡਿਆ ਆ ਵੀ, ਬਿਲਕੁਲ ਵੀ ਕਿਤੇ ਬੱਸਾਂ ਨਹੀਂ ਨਾ ਫਿਰ ਜਾਣੀਆਂ ਦਿੱਲੀ ਤਾਈਂ ਜਿਹੜੀਆਂ ਲਗਾਤਾਰ ਜਾਂਦੀਆਂ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੀਲੀਭੀਤ ਫਰਜ਼ੀ ਮੁਕਾਬਲੇ ਦੀ ਪੈਰਵਾਈ ਕਰਨ ਵਾਲਿਆਂ ਨੂੰ ਧਮਕੀ। ਇਸ ਮਾਮਲੇ ਦੇ ਵਿੱਚ ਕਈ ਦੋਸ਼ੀ ਹੈ ਜਿਹੜੇ ਹਾਲੇ ਫਰਾਰ ਆ। ਸਜ਼ਾ ਸੁਣਾਈ ਗਈ ਹੈ ਬੇਸ਼ੱਕ 47 ਜਣਿਆਂ ਨੂੰ, ਪਰ ਇਹਨਾਂ ਦੇ ਵਿੱਚੋਂ ਹਾਲੇ ਕਈ ਫਰਾਰ ਨੇ, ਯਾਨੀ ਉਹ ਸਜ਼ਾ ਕੱਟਣ ਨਹੀਂ ਆਏ। ਸਜ਼ਾ ਸੁਣਾਈ ਗਈ ਹੈ ਇਹਨਾਂ ਨੂੰ, ਉਹ ਹਿਰਾਸਤ ਦੇ ਵਿੱਚ ਨਹੀਂ। ਜਿਹੜੇ ਫਰਾਰੀ ਕੱਟਦੇ ਪਏ ਇਸ ਸਮੇਂ ਉਹ ਧਮਕੀਆਂ ਦੇ ਰਹੇ, ਜਿਹੜੇ ਪੈਰਵਾਈ ਕਰਦੇ ਸੀ ਉਹਨਾਂ ਦੇ ਵਿੱਚ ਇੱਕ ਨੌਜਵਾਨ ਹੈ ਹਰਜਿੰਦਰ ਸਿੰਘ ਤਾਲੋਂ,
ਉਹਨੇ ਬੜੀ ਭੱਜ ਨੱਠ ਕੀਤੀ ਹੈ ਔਰ ਉਹ ਆਪਣਾ ਟੱਬਰ ਲੈ ਕੇ ਹੁਣ ਸਿਰ ਲੁਕਾਉਂਦਾ ਫਿਰਦਾ। ਉਹ ਕਹਿੰਦਾ ਕਿ ਉਹ ਜਿਹੜੇ ਫਰਾਰ ਬੰਦੇ ਮੈਨੂੰ ਫੋਨ ਕਰਦੇ ਆ ਕਿ ਭਾਈ ਤੈਨੂੰ ਮਾਰਾਂਗੇ, ਹੁਣ ਤੂੰ ਗਵਾਹੀ ਤਾਂ ਦੇ ਦਿੱਤੀ ਹੈ, ਤੇਰਾ ਸਾਰਾ ਟੱਬਰ ਮਾਰਾਂਗੇ, ਹੁਣ ਅਸੀਂ ਤੇ ਅੰਦਰ ਜਾਣਾ ਹੀ ਜਾਣਾ ਹੈ, ਅਸੀਂ ਤੇ ਸਜ਼ਾ ਕੱਟਣੀ ਕੱਟਣੀ ਹੈ, ਇੱਕ 'ਚ ਵੀ ਕੱਟਣੀ, 4 'ਚ ਵੀ ਕੱਟਣੀ ਹੈ, ਅਸੀਂ ਤੇਰਾ ਟੱਬਰ ਮਾਰ ਕੇ ਜਾਵਾਂਗੇ। ਹੁਣ ਹਰਜਿੰਦਰ ਸਿੰਘ ਕਾਹਲੂ ਜਿਹੜਾ ਉਹ ਸਿਰ ਲੁਕਾ ਰਿਹਾ ਜੀ, ਕਦੇ ਯੂਪੀ 'ਚ ਕਦੇ ਇੱਧਰ। ਹੁਣ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਸ਼ਾਇਦ ਜਾਂ ਦਿੱਲੀ ਦੇ ਵਿੱਚ ਕਿਤੇ ਵੀ ਹੈ, ਉਹ ਆਪਣਾ ਜਿਹੜਾ ਟੱਬਰ ਲੈ ਕੇ ਆ ਉਹ ਦਰ ਬਦਰ ਹੋਇਆ ਫਿਰਦਾ ਕਿ ਕੋਈ ਨੁਕਸਾਨ ਨਾ ਹੋ ਜਾਵੇ। ਪਰ ਵੇਖੋ ਸਵਾਗਤ ਕਰਦੀ ਪਈ ਸੀ ਕਮੇਟੀ, ਇਹ ਬੜਾ ਵਧੀਆ ਫੈਸਲਾ ਆਇਆ ਜੀ, ਇਹ ਹੈ ਉਹ ਜੋ ਬੜੇ ਲੋਕਾਂ ਨੇ ਪ੍ਰਤੀਕਰਮ ਦਿੱਤੇ, ਸਿਆਸੀ ਲੋਕਾਂ ਨੇ। ਯੂਪੀ ਦੇ ਵਿੱਚ ਹੀ ਸਾਡਾ ਇੱਥੇ ਬਹੁਤ ਵੱਡਾ ਪੰਜਾਬੀ ਕਦਾਵਰ ਨੇਤਾ ਜਿਹੜਾ ਬਲਵੰਤ ਸਿੰਘ ਰਾਮੂਵਾਲੀ ਹੈ, ਤਾਂ ਇਹ ਸਾਰਾ ਕੁਛ ਹੋਣ ਦੇ ਬਾਵਜੂਦ ਇੱਕ ਬੰਦਾ ਜਿਹਨੇ ਪੈਰਵਾਈ ਕੀਤੀ ਹੈ, ਇੱਕ ਸਜ਼ਾ ਜਿਹੜੀ ਦੋਸ਼ੀਆਂ ਦੇ ਲਈ ਤੈਅ ਕਰਵਾਈ ਹੈ, ਉਹ ਬੰਦਾ ਆਪਣਾ ਟੱਬਰ ਲੁਕਾਉਣ ਲਈ ਹੁਣ ਦਰਬਦਰ ਹੋਇਆ। ਫਿਰ ਇਹ ਗੱਲ ਬਣਦੀ ਨਹੀਂ, ਇਹਨਾਂ ਸਾਰਿਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਯੂਪੀ ਪ੍ਰਸ਼ਾਸਨ ਕੋਲ ਉੱਥੇ ਬਲਵੰਤ ਸਿੰਘ ਰਾਮੂਵਾਲੀ ਜਾਂ ਬੈਠੀ ਕੋਈ ਬਗਾਨੇ ਥੋੜ੍ਹੀ ਹੈ ਕਿ ਭਾਈ ਉਹਦੀ ਜਿਹੜੀ ਸਿਕਿਉਰਿਟੀ ਹੈ ਉਹ ਯਕੀਨੀ ਬਣਾਈ ਜਾਵੇ। ਇਹ ਦੇਖੋ ਸਿਆਸਤ ਬੜਾ ਕੁਛ ਕਰਦੀ ਹੈ ਕਿ ਇਹ ਫਲਾਣੇ ਦੇ ਲਈ ਕਰਨ ਲੱਗ ਪੈਂਦੇ, ਧਰਨਾ ਲਾਓ, ਇਹ ਹੈ ਉਹ ਹੈ ਜੋ ਹੈ। ਕਲਿਆਣ ਸਿੰਘ ਦੀ ਸਰਕਾਰ ਸੀ ਉਸ ਸਮੇਂ ਜੀ, ਭਾਜਪਾ ਦੀ। ਉਸ ਸਰਕਾਰ ਨੇ ਇਸ ਫਰਜ਼ੀ ਇਨਕਾਊਂਟਰ ਤੇ ਪਰਦਾ ਪਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਉਹਨਾਂ ਨੇ ਜਿਹੜਾ ਕਮਿਸ਼ਨ ਬਣਿਆ ਸੀ ਪਹਿਲੇ ਦੀ, ਉਹਦੀ ਰਿਪੋਰਟ ਵੀ ਨਹੀਂ ਮੰਨੀ ਸੀ, ਇੱਥੋਂ ਤੱਕ ਗਏ, ਪਰ ਉਹਦਾ ਨਾਂ ਤੱਕ ਨਹੀਂ ਲਿਆ ਕਿਸੇ ਨੇ। ਕਲਿਆਣ ਸਿੰਘ ਹੋਰੀ ਜਿਹੜੇ ਬਰਾਬਰ ਦੇ, ਜਿਨ੍ਹਾਂ ਨੂੰ ਕਹੀਏ ਕਿ ਇੱਕ ਤਰ੍ਹਾਂ ਨਾਲ ਦੋਸ਼ੀ ਸੀਗੇ, ਜਿਨ੍ਹਾਂ ਨੇ ਇਸ ਸਾਜ਼ਿਸ਼ ਨੂੰ ਲੁਕਾਉਣ ਦਾ ਕੰਮ ਕੀਤਾ, ਕਿਸੇ ਨੇ ਨਾਂ ਤੱਕ ਨਹੀਂ ਉਹਨਾਂ ਦਾ ਲਿਆ। ਅੱਜ ਕਿਸੇ ਨੇ ਨਾਂ ਤੱਕ ਨਹੀਂ ਲਿਆ ਕਿ ਜਿਨ੍ਹਾਂ ਲੋਕਾਂ ਨੇ ਪੈਰਵਾਈ ਕੀਤੀ ਹੈ ਉਹਨਾਂ ਨੂੰ ਘੱਟੋ ਘੱਟ ਸਨਮਾਨ ਤਾਂ ਨਹੀਂ, ਘੱਟੋ ਘੱਟ ਉਹਨਾਂ ਲਈ ਜਾਨ ਮਾਲ ਦੀ ਜਿਹੜੀ ਸੁਰੱਖਿਆ ਉਹ ਤੇ ਯਕੀਨੀ ਬਣਾਈ ਜਾਵੇ। ਜੀ 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 ਤੇ ਅਗਲੀ ਆਪਾਂ ਮਿੰਟੂ ਜੀ ਜੇ ਗੱਲ ਕਰੀਏ ਵੀ ਦਿੱਲੀ ਦੀ ਮਰਸਡੀਜ਼ ਵਾਲਾ ਹਿੱਟ ਐਂਡ ਰਨ ਕੇਸ, ਗੁਨਾਹ ਪੁੱਤ ਦਾ ਤੇ ਪਿਓ ਗ੍ਰਿਫਤਾਰ। ਦੇਖੋ ਸਾਨੂੰ ਇਹ ਬਹਿਸ ਦਾ ਵਿਸ਼ਾ ਲੱਗ ਸਕਦਾ ਕਿ ਕਰੇ ਕੋਈ ਭਰੇ ਕੋਈ ਜੀ, ਪਰ ਗੱਲ ਇਹ ਹੈ ਕਿ ਜੇ ਅਸੀਂ ਚਾਬੀ ਦੇ ਕੇ ਆਪਣੇ ਜਵਾਕ ਨੂੰ ਘਰੋਂ ਭੇਜਦੇ ਹਾਂ ਕਿ ਜਾ ਲੈ ਜਾ ਕਰ, ਤੇ ਫਿਰ ਅਸੀਂ ਕਿਤੇ ਨਾ ਕਿਤੇ ਦੋਸ਼ੀ ਹਾਂ। ਇਹ ਸਾਨੂੰ ਮੰਨਣਾ ਪੈਣਾ। ਪੂਰੇ ਭਾਰਤ ਦੇ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਯਾਨੀ ਕਿਸੇ ਇਸ ਤਰ੍ਹਾਂ ਦੇ ਮਾਮਲੇ 'ਚ ਪਿਓ ਨੂੰ ਨਾਮਜ਼ਦ ਕੀਤਾ ਗਿਆ, ਯਾਨੀ ਡਰਾਈਵਰ ਕੋਈ ਹੋ ਰਿਹਾ ਤੇ ਨਾਮਜ਼ਦ ਜਿਹੜਾ ਕੋਈ ਹੋਰ ਕੀਤਾ ਗਿਆ। ਇਹ ਸਾਰਿਆਂ ਨੂੰ ਸ਼ਾਇਦ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਕੱਲ੍ਹ ਬਹੁਤ ਚਰਚਿਤ ਹੈ ਇਹ ਹਿੱਟ ਐਂਡ ਰਨ ਮਾਮਲਾ ਜਿਹੜਾ ਦਿੱਲੀ ਦੇ ਵਿੱਚ ਘਟਿਆ। ਸਿਧਾਰਥ ਨਾਂ ਦਾ ਜਿਹੜਾ ਨੌਜਵਾਨ ਸੀ 32 ਸਾਲਾਂ ਦਾ, ਆਪਣੇ ਘਰ ਨੂੰ ਮੁੜਨ ਲੱਗਾ, ਟਰਨ ਕੀਤਾ ਉਹਨੇ ਸੜਕ ਤੋਂ, ਤੇ ਪਿੱਛੋਂ ਤੇਜ਼ ਮਰਸਡੀਜ਼ ਨੇ ਉਹਨੂੰ ਪਟਕ ਕੇ ਮਾਰਿਆ, ਬਹੁਤ ਉੱਚੀ ਹਵਾ 'ਚ ਉੱਡਿਆ। ਉਸ ਤੋਂ ਬਾਅਦ ਉਹਦੀ ਮੌਤ ਹੋ ਗਈ। ਘਰਦਿਆਂ ਨੇ ਉਹਦਾ CCTV ਵੀਡੀਓ ਜਿਹੜਾ ਉਹ ਜਾਰੀ ਕੀਤਾ ਲੋਕਾਂ ਨੂੰ ਵਿਖਾਉਣ ਲਈ ਕਿ ਵੇਖੋ ਅਮੀਰਜ਼ਾਦੇ ਜਦੋਂ ਰਾਤ ਨੂੰ ਨਿਕਲਦੇ ਆ ਤਾਂ ਫਿਰ ਉਹਨਾਂ ਦੇ ਸਾਹਮਣੇ ਇਨਸਾਨ ਨਹੀਂ, ਉਹਨਾਂ ਦੇ ਸਾਹਮਣੇ ਕੱਖ ਤੀਲੇ ਪਏ ਹੁੰਦੇ ਆ ਜਿਹੜੇ ਉਹ ਆਪਣੀ ਤੇਜ਼ ਰਫ਼ਤਾਰ ਕਾਰ ਦੇ ਨਾਲ ਉਡਾਉਂਦੇ ਜਾਂਦੇ ਆ। ਉਹ ਜਦੋਂ ਵੀਡੀਓ ਵਾਇਰਲ ਹੋਇਆ, ਮੀਡੀਆ ਨੇ ਨੋਟਿਸ ਲਿਆ, ਲੋਕਾਂ ਨੇ ਵੇਖਿਆ, ਬਹੁਤ ਭਿਆਨਕ ਮੌਤ ਸੀ ਉਸ ਨੌਜਵਾਨ ਦੀ, ਤੇ ਹਮਦਰਦੀ ਬਣੀ। ਪਹਿਲਾਂ ਤੇ ਜਦੋਂ ਉਸ ਮੁੰਡੇ ਦਾ ਮਾਮਲਾ ਥਾਣੇ ਗਿਆ, ਕਾਰ ਲੈ ਆਈ ਹੈ ਪੁਲਿਸ ਨੇ, ਜ਼ਬਤ ਕੀਤੀ ਹੈ, ਉਹ ਜਿਹੜਾ ਬਿਲਡਰ ਬਾਪ ਸੀ ਇਸ ਮੁੰਡੇ ਦਾ, ਜਿਹੜਾ 17 ਸਾਲ ਦਾ ਮੁੰਡਾ ਸੀਗਾ, ਉਹਦਾ ਬਾਪ ਥਾਣੇ ਦੇ ਵਿੱਚ ਜਾਂਦਾ, ਉੱਥੇ ਕੁਰਲਾਹਟ ਪਿਆ, ਜਿਹੜੇ ਉਹਦੇ ਪਰਿਜਨ ਹੈ ਮਰਨ ਵਾਲੇ ਦੇ, ਤੇ ਉਹਦਾ ਪਿਓ ਕਹਿੰਦਾ ਕੋਈ ਗੱਲ ਨਹੀਂ, ਮਾਮਲਾ ਪੁਲਿਸ ਦਾ ਹੀ ਹੈ, ਕੋਈ ਨਹੀਂ ਨਿਬੇੜ ਲਾਂਗੇ, ਪੁਲਿਸ ਕਿਤੇ ਪਚੀ ਚੱਲੀ ਹੈ, ਪੁਲਿਸ ਕੋਈ ਨਹੀਂ, ਇਹਨਾਂ ਦਾ ਇਲਾਜ ਹੈਗਾ ਆਪਣੇ ਕੋਲ। ਉੱਥੇ ਬਾਪ ਇਹ ਗੱਲ ਕਹਿੰਦਾ। ਤੇ ਦੂਜੇ ਨੰਬਰ ਤੇ ਜਿਹੜਾ ਮੁੰਡਾ ਹੈ ਉਹਦਾ ਪਹਿਲਾਂ ਵੀ ਚਲਾਨ ਹੋ ਚੁੱਕਾ ਹੈ ਗਲਤ ਡਰਾਈਵਿੰਗ ਲਈ। ਸੋ ਇਹ ਸਿੱਧੇ ਤੌਰ ਤੇ ਕਹਿ ਲਈਏ ਕਿ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਕਿ ਬਾਪ ਨੇ ਅਣਗਹਿਲੀ ਕੀਤੀ ਹੈ, ਕਿ ਔਰ ਅਣਗਹਿਲੀ ਦਾ ਮਤਲਬ ਇਹ ਹੈ ਕਿ ਉਹਨੇ ਇਹ ਹਾਦਸਾ ਕਰਨ ਲਈ ਉਕਸਾਇਆ, ਯਾਨੀ ਉਹਦਾ ਗੁਨਾਹ ਇਹ ਬਣਾ ਦਿੱਤਾ ਗਿਆ ਕਿ ਇਹਦਾ ਮਤਲਬ ਉਕਸਾਇਆ ਗਿਆ ਔਰ ਇਹਨੂੰ ਉਕਸਾਉਣ ਦੀ ਸ਼੍ਰੇਣੀ 'ਚ ਰੱਖਦਿਆਂ ਉਹਨੂੰ ਨਾਮਜ਼ਦ ਕਰਕੇ ਉਹਦੇ ਪਿਓ ਦੀ ਗ੍ਰਿਫਤਾਰੀ ਪਾਈ ਗਈ ਹੈ। ਸੋ ਆਪਣੇ ਆਪ 'ਚ ਪਹਿਲਾ ਮਾਮਲਾ ਹੈ। ਖੈਰ ਠੀਕ ਆ ਕਿ ਇੱਕ ਬਹਿਸ ਦਾ ਵਿਸ਼ਾ ਹੈ ਕਿ ਇਹ ਨਵਾਂ ਜੋ ਇਹਨਾਂ ਨੇ ਕੱਢਿਆ ਕਾਨੂੰਨ ਦੇ ਵਿੱਚ ਰਾਹ, ਪਰ ਮੇਰੇ ਖਿਆਲ ਦੇ ਨਾਲ ਜਿਹੜੀ ਇਹ
ਨਾਬਾਲਗ ਡਰਾਈਵਰੀ ਹੈ ਪੂਰੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਤੇ ਖਾਸ ਤੌਰ ਤੇ ਇੱਥੇ ਕਈ ਵਾਰ ਏਦਾਂ ਲੱਗਦਾ ਦੂਰੋਂ ਕਿ ਮੋਟਰਸਾਈਕਲ ਇਕੱਲਾ ਹੀ ਭੱਜਾ ਹੁੰਦਾ, ਪਾਸੇ ਹੋ ਜੀਦਾ, ਤੇ ਜਦੋਂ ਪਿੱਛੋਂ ਵੇਖੀਦਾ ਤੇ ਉਹਦੇ ਤੇ ਇੱਕ ਹੋਣਹਾਰ ਸਪੂਤ ਬੈਠਾ ਹੁੰਦਾ, ਭਾਵੇਂ ਉਹਨੇ ਬਨੈਣ ਚੱਡੀ ਪਾਈ ਹੋਵੇ, ਮੋਟਰਸਾਈਕਲ ਉਹਨੇ 90 ਤੇ ਕੀਤਾ ਹੁੰਦਾ। ਸੋ ਇਹ ਸਮੱਸਿਆ ਹੈ ਜਿਹੜੀ ਇਹ ਨਾਬਾਲਗ ਡਰਾਈਵਰੀ ਵਾਲੀ, ਇਹ ਤਾਂ ਹੀ ਹੱਲ ਹੋ ਸਕਦੀ ਹੈ ਜੇ ਇਸ ਤਰ੍ਹਾਂ ਦੇ ਕਾਇਦੇ ਬਣਨ। ਮੇਰੇ ਖਿਆਲ ਦੇ ਨਾਲ ਇਹ ਗਾਈਡਲਾਈਨ ਇਸ ਤਰ੍ਹਾਂ ਦੀ ਬਣ ਜਾਣੀ ਚਾਹੀਦੀ ਹੈ, ਤੈਅ ਕਰ ਦੇਣੀ ਚਾਹੀਦੀ ਹੈ ਕਿ ਜੇਕਰ ਕੋਈ ਬੱਚਾ ਸੜਕ ਹਾਦਸਾ ਕਰਦਾ ਹੈ ਜਾਂ ਸੜਕ ਤੇ ਉਤਰਦਾ ਹੈ ਆਪਣੀ ਮਸ਼ੀਨਰੀ ਲੈ ਕੇ, ਤਾਂ ਉਹਦੇ ਲਈ ਉਹਦਾ ਮਾਂ-ਬਾਪ ਜ਼ਿੰਮੇਵਾਰ ਹੋਏਗਾ, ਕਿਉਂਕਿ ਉਹਨਾਂ ਨੇ ਵੇਖਣਾ ਉਹਨਾਂ ਦੇ ਘਰ ਚੋਂ ਮਸ਼ੀਨਰੀ ਹੈ ਜਿਹੜਾ ਉਹਨਾਂ ਦਾ ਬੱਚਾ ਲੈ ਕੇ ਜਾ ਰਿਹਾ, ਰੋਕਣਾ ਉਹਨਾਂ ਦਾ ਕੰਮ ਹੋਵੇ। ਜੀ ਜੀ। ਤੇ ਅਗਲੇ ਜੇ ਆਪਾਂ ਗੱਲ ਕਰੀਏ ਵੀ ਰੇਪ ਦਾ ਮਾਮਲਾ ਦਰਜ ਕਰਨ ਲਈ 4 ਦਿਨ ਇਲਾਕੇ ਨੂੰ ਲੈ ਕੇ ਉਲਝੀ ਰਹੀ ਪੰਜਾਬ ਪੁਲਿਸ। ਇਹ ਲੁਧਿਆਣੇ ਦੀ ਘਟਨਾ ਜੀ, ਜਿੱਥੇ ਇੱਕ ਨਾਬਾਲਗ ਬੱਚੀ ਦੇ ਨਾਲ ਰੇਪ ਹੋਇਆ, ਉਹਨੇ ਫਰਿਆਦ ਕੀਤੀ, ਦਾਦ ਫਰਿਆਦ ਕੀਤੀ ਪੁਲਿਸ ਕੋਲ। ਪੁਲਿਸ ਇਸ ਮਾਮਲੇ 'ਚ ਉਲਝ ਕੇ ਰਹਿ ਗਈ ਸੀ ਕਿ ਇਹ ਸਾਡਾ ਅਧਿਕਾਰ ਖੇਤਰ ਨਹੀਂ, ਫਲਾਣੇ ਥਾਣੇ ਦਾ ਲੁਧਿਆਣਾ ਪੁਲਿਸ ਸੀਗੀ ਜੀ। ਉਹ ਫਲਾਣੇ ਥਾਣੇ ਕੋਲ ਗਏ ਤੇ ਉਹਨਾਂ ਨੇ ਆਖਿਆ ਨਹੀਂ ਇਹ ਉਹਨਾਂ ਦਾ ਮਾਮਲਾ ਹੈ, ਅਸੀਂ ਇਹ ਨਹੀਂ ਦਰਜ ਕਰਨਾ। ਸ਼ਿਮਲਾਪੁਰੀ ਥਾਣਾ ਤੇ ਡਾਬਾ ਥਾਣਾ ਸੀਗਾ ਜਿਹੜਾ, ਉਹ ਆਪਸ ਦੇ ਵਿੱਚ ਹੀ ਉਲਝਦੇ ਰਹੇ। 4 ਦਿਨ ਉਹ ਬੱਚੀ ਆਪਣੇ ਮਾਪਿਆਂ ਦੇ ਨਾਲ ਕਦੇ ਇਸ ਥਾਣੇ, ਕਦੇ ਉਸ ਥਾਣੇ, ਕਦੀ ਉਸ ਥਾਣੇ, ਕਦੀ ਇਸ ਥਾਣੇ, ਇਸ ਤਰ੍ਹਾਂ ਗੇੜੇ ਕੱਟਦੀ ਰਹੀ। ਫਿਰ ਅੱਕ ਕੇ ਕਿਸੇ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ 181 ਨੰਬਰ ਤੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾਓ। ਫਿਰ ਉਹਨਾਂ ਨੇ 181 ਨੰਬਰ ਜੋ ਹੈਲਪਲਾਈਨ ਨੰਬਰ ਹੈ ਪੁਲਿਸ ਦਾ, ਉਹਦੇ ਤੇ ਸ਼ਿਕਾਇਤ ਦਰਜ ਕਰਵਾਈ ਤੇ ਫਿਰ ਜਾ ਕੇ ਕਿਤੇ ਮਾਮਲਾ ਦਰਜ ਹੋਇਆ। ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ 4 ਦਿਨਾਂ 'ਚ ਪੁਲਿਸ ਇਹ ਨਹੀਂ ਤੈਅ ਕਰ ਸਕੀ ਕਿ ਫਲਾਣੇ ਥਾਣੇ ਦੀ ਜਿਹੜੀ ਹੱਦਬੰਦੀ ਹੈ ਉਹ ਕਿੱਥੇ ਜਾ ਕੇ ਖਤਮ ਹੋ ਜੀ। ਇਹ ਤਾਂ ਥਾਣਿਆਂ ਦੇ ਵਿੱਚ ਨਕਸ਼ਾ ਬਣਿਆ ਪਿਆ ਹੁੰਦਾ ਬਕਾਇਦਾ ਕਿ ਇੱਥੋਂ ਥਾਣੇ ਦੀ ਹੱਦ ਸ਼ੁਰੂ ਹੁੰਦੀ ਹੈ, ਇੱਥੇ ਖਤਮ ਹੁੰਦੀ। ਹਰੇਕ ਥਾਣੇ ਦੇ ਵਿੱਚ ਨਕਸ਼ਾ ਪਿਆ ਹੁੰਦਾ ਤੇ ਇਹ ਪਤਾ ਨਹੀਂ ਉੱਥੇ ਕਿਹੜਾ ਬੇਵਕੂਫ ਇਹਨਾਂ 2 ਥਾਣਿਆਂ ਨੂੰ ਚਲਾਉਂਦਾ ਸੀ ਜਿਹੜਾ 4 ਦਿਨ ਇੱਕ ਵਿਕਟਮ ਦੀ ਭਕਾਈ ਕਰਵਾਉਂਦਾ ਰਿਹਾ, ਇਸ ਕਰਕੇ ਕਿ ਉਹ ਆਪਣੇ ਇਲਾਕੇ ਦੇ ਅਧਿਕਾਰ ਖੇਤਰ ਤੋਂ ਝਗੜਦੇ ਰਹੇ ਆਪਸ ਦੇ ਵਿੱਚ। ਇਹ ਬੜੀ ਵਾਰੀ ਹੋਇਆ। ਲਾਸ਼ਾਂ ਲੈਣ ਤੋਂ ਇਹ ਜਿਹੜੇ ਲੜ ਪੈਂਦੇ ਪੁਲਿਸ ਵਾਲੇ ਕਿ ਨਹੀਂ ਜੀ ਤੇਰੇ ਇਲਾਕੇ 'ਚ ਬੰਦਾ ਮਰਿਆ, ਤੂੰ ਚੁੱਕ, ਕਿਉਂਕਿ ਕੋਈ ਲਾਸ਼ ਆ ਗਈ ਹੈ, ਬਦਬੂ ਆਉਂਦੀ ਹੈ ਉਹਦੇ 'ਚ, ਲਾਸ਼ ਗਲੀ ਸੜੀ ਹੈ, ਉਹ ਦੋਵੇਂ ਥਾਣੇ ਝਗੜ ਪੈਂਦੇ ਇਸ ਗੱਲੋਂ। ਕੋਈ ਨਹਿਰ ਹੈ ਤਾਂ ਉਹ ਕਹਿੰਦਾ ਜੀ ਤੇਰੇ ਇਲਾਕੇ 'ਚ, ਉਹ ਕਹਿੰਦਾ ਮੇਰੇ ਇਲਾਕੇ 'ਚ। ਸੋ ਇਹ ਇੱਕ ਝਗੜਾ ਚੱਲਦਾ ਰਹਿੰਦਾ। ਪਰ ਰੇਪ ਵਾਲੇ ਇਹੋ ਜਿਹੇ ਸੈਂਸਿਟਿਵ ਮੁੱਦਿਆਂ 'ਚ ਝਗੜਾ ਜਿਹੜਾ ਉਹ ਲਾਪਰਵਾਹੀ ਗਿਣਿਆ ਜਾਏਗਾ। ਪਰ ਇੱਕ ਗੱਲ ਆ, ਇਹਨਾਂ ਮਾਮਲਿਆਂ 'ਚ ਤੇ ਝਗੜ ਪੈਂਦੇ ਅਧਿਕਾਰ ਖੇਤਰ ਨੂੰ ਲੈ ਕੇ ਕਿ ਮੇਰੇ ਥਾਣੇ ਅਧੀਨ ਆਉਂਦਾ, ਮੇਰੇ ਥਾਣੇ ਅਧੀਨ ਆਉਂਦਾ, ਪਰ ਕਦੇ ਨਹੀਂ ਝਗੜਦੇ ਦੇਖੇ ਜਦੋਂ ਇੱਕ ਥਾਣੇ 'ਚੋਂ ਕੋਈ ਮਾਲ ਲੈ ਕੇ ਤੁਰਿਆ ਹੋਵੇ, ਲੁੱਟ ਕੇ ਤੁਰਿਆ ਹੋਵੇ ਤੇ ਦੂਜੇ ਥਾਣੇ ਦੇ ਅਧਿਕਾਰ ਖੇਤਰ 'ਚ ਜਾ ਕੇ ਫੜਿਆ ਜਾਵੇ, ਫਿਰ ਇਹ ਚੁੱਪ ਕਰਕੇ ਅੰਦਰ ਵੜ ਕੇ ਪਤੋਤ ਕਰ ਲੈਂਦੇ। ਬਿਲਕੁਲ ਬਿਲਕੁਲ ਜੀ, ਫਿਰ ਤਾਂ ਪਤਾ ਹੈ ਨਾ ਵੀ ਪੈਸੇ ਬਣਨੇ ਆ। ਤੇ ਜਾਂਦੇ ਜਾਂਦੇ ਜੇ ਗੱਲ ਕਰੀਏ ਵੀ ਇਸ ਵਾਰ ਨਹੀਂ ਬਦਲੇ ਕਿਸਾਨਾਂ ਦੇ ਭਾਗ ਤੇ ਦਾਣਾ ਮੰਡੀਆਂ ਦੇ ਹਾਲ। ਬਿਲਕੁਲ ਜੀ, ਨਾ ਕਿਸਾਨਾਂ ਦੇ ਭਾਗ ਬਦਲੇ ਤੇ ਨਾ ਹੀ ਇਹ ਮੰਡੀਆਂ ਦੇ ਹਾਲ ਬਦਲੇ, ਦੋਵੇਂ ਇੱਕੋ ਜਿਹੇ ਆ। ਕਿਸਾਨ ਦੇ ਵੀ ਭਾਗ ਉਹੀ ਹੈ, ਕਣਕ ਵੱਢੀ, ਝਾੜ ਘੱਟ ਨਿਕਲਿਆ। ਇੱਕ ਨੂੰ ਤੇ ਕੱਲ ਹਾਰਟ ਅਟੈਕ ਹੀ ਹੋ ਗਿਆ ਜੀ, ਸਮਾਣੇ ਦਾ ਕਿਸਾਨ ਸੀਗਾ, ਝਾੜ ਸੀਗਾ ਜਿਹੜਾ 1 ਕਿੱਲਾ ਫਸਲ ਸੀ, 1.5 ਕਿੱਲਾ ਉਹਦਾ ਜਿਹੜਾ ਝਾੜ ਸੀ ਉਹ ਅੱਧਾ ਵੀ ਨਹੀਂ ਨਿਕਲਿਆ, ਉੱਥੇ ਹੀ ਹਾਰਟ ਅਟੈਕ ਹੋ ਗਿਆ, ਉੱਥੇ ਹੀ ਮੌਤ ਹੋ ਗਈ। ਤੇ ਪਹਿਲਾਂ ਤੇ ਦਿਲ ਨੂੰ ਹੌਲ ਪੈਂਦੇ ਆ ਕਿ ਇੰਨਾ ਕੁ ਨਿਕਲਿਆ, ਕੀ ਨਿਕਲਿਆ, ਕਿ ਲਾਗਤ ਵੀ ਨਹੀਂ ਮੁੜੀ। ਫਿਰ ਉਹ ਮੰਡੀਆਂ 'ਚ ਜਾਂਦੇ ਆ, ਔਰ ਮੰਡੀਆਂ 'ਚ ਹਾਲ ਇਹ ਹੈ ਜੀ ਕਿ ਕਈ ਮੰਡੀਆਂ ਦੇ ਵਿੱਚ ਹਾਲੇ ਤੱਕ ਪਾਥੀਆਂ ਪਈਆਂ ਨੇ, ਪਸ਼ੂ ਵੱਝੇ ਹੋਏ ਨੇ, ਛਟੀਆਂ ਤੂੜੀਆਂ ਪਈਆਂ ਨੇ, ਉਹਨਾਂ ਦੀ ਹਾਲੇ ਤੱਕ ਸਫਾਈ ਨਹੀਂ ਹੋ ਸਕੀ। ਤੇ ਫਿਰ ਕਿਸਾਨਾਂ ਲਈ ਪੀਣ ਵਾਲਾ ਸ਼ੁੱਧ ਪਾਣੀ, ਉਹਨਾਂ ਲਈ ਲੈਟਰੀਨ, ਉਹਨਾਂ ਲਈ ਬਾਥਰੂਮ, ਉਹਨਾਂ ਲਈ ਹਵਾਦਾਰ ਰਹਿਣ ਦਾ ਪ੍ਰਬੰਧ, ਇਹ ਸਾਰੇ ਤਾਂ ਬਹੁਤ ਪਰੇ ਦੀਆਂ ਗੱਲਾਂ ਨੇ। ਉਹੀ ਮੱਛਰ ਹੈ, ਉਹੀ ਖੁੱਲਾ ਮੰਡੀ ਦਾ ਥਾਂ ਆ, ਉਹੀ ਉਹਨਾਂ ਦਾ ਖੂਨ ਆ, ਸਭ ਕੁਛ ਉਹੀ ਹੈ। ਤੇ ਨਾਲ ਹੀ ਰਾਤ ਨੂੰ ਉਹ ਫਿਰਦੇ ਲੋਕ ਟੋਲੇ ਵੀ ਹੈ ਜਿਹੜੇ ਦਾਅ ਲੱਗੀ ਤੋਂ ਜੇ ਕੋਈ ਪੈ ਜਾਵੇ 2 ਘੜੀਆਂ ਤੇ ਉਹਦੀ ਫਸਲ ਉਡਾਉਣ ਵਾਲੇ ਉਹੀ ਲੋਕ ਟੋਲੇ ਤੇ ਫਿਰਦੇ ਆ। ਯਾਨੀ ਕੁਛ ਵੀ ਨਹੀਂ ਬਦਲਿਆ, ਕੱਖ ਵੀ ਨਹੀਂ ਬਦਲਿਆ। ਸਰਕਾਰ ਚਲਦੀ 10ਵੇਂ ਸਾਲ 'ਚ ਆ ਗਈ, ਪਰ ਉਹੀ ਉਹੀ ਕੁਹਾੜਾ, ਸਭ ਕੁਛ ਉਹੀ ਹੈ
ਕਿ ਮੰਡੀਆਂ ਦਾ ਹਾਲ ਉਹ ਹੈ ਕਿ ਕਿਸਾਨਾਂ ਲਈ ਸ਼ੁੱਧ ਪਾਣੀ ਨਹੀਂ ਹੈ, ਕਿਤੇ ਜਿਹੜਾ ਆ ਉਹ ਉਹਨਾਂ ਦੇ ਵਧੀਆ ਜਿਹੜੇ ਪਖਾਨਿਆਂ ਦਾ ਪ੍ਰਬੰਧ ਨਹੀਂ, ਬਾਥਰੂਮਾਂ ਦਾ ਪ੍ਰਬੰਧ ਨਹੀਂ। ਸੋ ਕੁਛ ਵੀ ਨਹੀਂ ਬਦਲਿਆ, ਪਰ ਮੰਡੀਆਂ ਦਾ ਕੀ ਬਦਲਣਾ ਸੀ। ਇੱਥੇ ਖਰੀਦ ਸ਼ੁਰੂ ਹੋਈ ਆ 1 ਅਪ੍ਰੈਲ ਦੀ, ਯਾਨੀ ਅੱਜ ਜੇ ਲਾ ਲਈਏ ਤੇ 10 ਤਰੀਕ ਇੱਥੇ ਇੰਡੀਆ ਦੇ ਵਿੱਚ ਹੋਣ ਵਾਲੀ ਹੈ ਕੁਝ ਘੰਟਿਆਂ ਬਾਅਦ, ਤੇ ਹਾਲੇ ਤੱਕ ਕੈਸ਼ ਕ੍ਰੈਡਿਟ ਲਿਮਟ CCL ਬੋਲਦੇ ਆ ਜਿਹਨੂੰ, ਉਹਦਾ 20,000 ਕਰੋੜ ਰੁਪਈਆ ਕੇਂਦਰ ਨੇ ਜਾਰੀ ਨਹੀਂ ਕੀਤਾ, ਜਿਹਦਾ ਮਤਲਬ ਸਿੱਧੇ ਰੂਪ 'ਚ ਇਹ ਹੈ ਕਿ ਜਿਹੜੀ ਖਰੀਦ ਹੋਏਗੀ ਉਹ ਆੜ੍ਹਤੀਏ ਤੇ ਕਿਸਾਨ ਵੇਟਿੰਗ 'ਚ ਰਹਿਣਗੇ, ਉਹਨਾਂ ਨੂੰ ਪੈਸਾ ਨਹੀਂ ਮਿਲੇਗਾ, ਜਦ ਕਿ ਆਪ ਹੀ ਇਹਨਾਂ ਦਾ ਨਿਯਮ ਹੈ ਕਿ ਅਦਾਇਗੀ ਹੈ ਜਿਹੜੀ 24 ਘੰਟਿਆਂ ਦੇ ਅੰਦਰ ਅੰਦਰ ਕੀਤੀ ਜਾਏਗੀ। ਜਿੱਥੇ ਇਹੋ ਜਿਹੀਆਂ ਲਾਪਰਵਾਹੀਆਂ ਚੱਲਦੀਆਂ ਪਈਆਂ ਕਿ ਕੇਂਦਰ ਪੰਜਾਬ ਨਾਲ ਵਿਤਕਰਾ ਕਰਕੇ ਇਹ ਰਾਸ਼ੀ ਨਹੀਂ ਜਾਰੀ ਕਰਦਾ ਪਿਆ, ਕਿਉਂਕਿ ਪਿਛਲੇ ਸਾਲ ਵੀ ਇਹੋ ਕੁਝ ਕੀਤਾ ਸੀ ਕੇਂਦਰ ਨੇ, ਝੋਨੇ ਦੇ ਸੀਜ਼ਨ 'ਚ ਵੀ ਇਹੋ ਕੁਝ ਕੀਤਾ ਸੀਗਾ। ਤੇ ਜਿੱਥੇ ਇਹ ਕੁਝ ਹੋਣ ਡਿਆ ਉੱਥੇ ਫਿਰ ਭਾਗ ਤੇ ਹਾਲ ਦੋਵੇਂ ਇਹ ਹੀ ਰਹਿਣੇ। ਜੀ ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।